शिफा दर तेरे मेरी दुआ, दर तेरे मेरी दुआ। आके खुदा मैनू पाक बना, आके खुदा मैनू पाक बना, दर तेरे मेरी दुआ, दर तेरे मेरी दुआ। ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਂ ਉੱਤੇ ਆਮੀਨ। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਅਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪ੍ਰਭੂ ਯਿਸੂ ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਆਓ ਅਸੀਂ ਖੁਦਾ ਦਾ ਧੰਨਵਾਦ ਕਰੀਏ, ਪਰਮੇਸ਼ਰ ਦੀ ਵਡਿਆਈ ਕਰੀਏ, ਉਹਦੀ ਮਹਿਮਾ ਕਰੀਏ ਕਿ ਉਸਨੇ ਸਾਨੂੰ ਅੱਜ ਦਾ ਦਿਨ ਦਿੱਤਾ ਹੈ ਉਹਦੇ ਚਰਨਾਂ ਵਿੱਚ ਖੜੇ ਹੋ ਕੇ ਪ੍ਰਭੂ ਦੀ ਬੰਦਗੀ ਕਰਨ ਦਾ ਔਰ ਅੱਜ ਦੀ ਪਾਕ ਮਾਸ ਦੀ ਕੁਰਬਾਨੀ ਵਿੱਚ ਹਿੱਸਾ ਲੈਣ ਦਾ। ਜਿਨੇ ਲੋਕ ਵੀ ਅੱਜ ਦੀ ਇਸ ਪਾਕ ਮਾਸ ਦੀ ਕੁਰਬਾਨੀ ਦੇਖ ਰਹੇ ਹਨ, ਅਸੀਂ ਉਹਨਾਂ ਸਭ ਦੇ ਲਈ ਪ੍ਰਾਰਥਨਾ ਕਰਦੇ ਹਾਂ ਕਿ ਖੁਦਾ ਸਭ ਨੂੰ ਇਸ ਪਾਕ ਮਾਸ ਦੀ ਕੁਰਬਾਨੀ ਦੇ ਦੁਆਰਾ ਬਹੁਤ ਸਾਰੀ ਬਰਕਤ ਦੇਵੇ। ਪ੍ਰਭੂ ਉਹਨਾਂ ਦੀਆਂ ਸਾਰੀਆਂ ਲੋੜਾਂ ਜ਼ਰੂਰਤਾਂ ਪੂਰੀਆਂ ਕਰੇ। ਪ੍ਰਭੂ ਉਹਨਾਂ ਦੇ ਸਾਰੇ ਦੁੱਖਾਂ ਦਰਦਾਂ ਨੂੰ ਦੂਰ ਕਰੇ ਔਰ ਪ੍ਰਭੂ ਉਹਨਾਂ ਨੂੰ ਸ਼ਕਤੀ ਦੇਵੇ ਤਾਂ ਕਿ ਉਹ ਖੁਦਾ ਦੀ ਰਾਹ ਉੱਤੇ ਚੱਲ ਸਕਣ, ਖੁਦਾ ਦੀਆਂ ਆਗਿਆਵਾਂ ਉੱਤੇ ਚੱਲ ਸਕਣ। ਆਓ ਅਸੀਂ ਅੱਜ ਦੀ ਇਸ ਪਵਿੱਤਰ ਕੁਰਬਾਨੀ ਵਿੱਚ ਸ਼ਰਧਾ ਭਗਤੀ ਦੇ ਨਾਲ ਹਿੱਸਾ ਲੈਣ ਦੇ ਲਈ ਆਪਣੇ ਆਪ ਨੂੰ ਤਿਆਰ ਕਰੀਏ। ਅੱਜ ਦੀ ਪਵਿੱਤਰ ਅੰਜੀਲ ਦੇ ਵਿੱਚ ਪ੍ਰਭੂ ਯਿਸੂ ਸਾਨੂੰ ਪ੍ਰਾਰਥਨਾ ਕਰਨੀ ਸਿਖਾਉਂਦੇ ਹਨ। ਪ੍ਰਭੂ ਯਿਸੂ ਦੇ ਚੇਲਿਆਂ ਨੂੰ ਪ੍ਰਭੂ ਯਿਸੂ ਨੇ ਖੁਦ ਪ੍ਰਾਰਥਨਾ ਕਰਨੀ ਸਿਖਾਈ, ਕਿਉਂਕਿ ਪ੍ਰਾਰਥਨਾ ਇੱਕ ਅਜਿਹਾ ਸਮਾਂ ਹੈ ਜਦੋਂ ਅਸੀਂ ਆਪਣੇ ਆਪ ਨੂੰ ਖੁਦਾ ਦੇ ਅੱਗੇ ਪੇਸ਼ ਕਰਦੇ ਹਾਂ। ਔਰ ਪ੍ਰਾਰਥਨਾ ਉਹ ਲੋਕ ਕਰਦੇ ਹਨ ਜੋ ਵਿਸ਼ਵਾਸ ਕਰਦੇ ਹਨ, ਜੋ ਪਿਤਾ ਪਰਮੇਸ਼ਰ ਉੱਤੇ ਵਿਸ਼ਵਾਸ ਕਰਦੇ ਹਨ, ਜਿਨ੍ਹਾਂ ਲਈ ਖੁਦਾ ਹੈ, ਜਿਨ੍ਹਾਂ ਲਈ ਪਰਮੇਸ਼ਰ ਹੈ, ਜੋ ਉਹਨਾਂ ਦੀ ਰੱਖਿਆ ਕਰਦਾ ਹੈ, ਜੋ ਉਹਨਾਂ ਨੂੰ ਸੰਭਾਲਦਾ ਹੈ, ਜੋ ਉਹਨਾਂ ਦੇ ਨਾਲ ਨਾਲ ਚੱਲਦਾ ਹੈ। ਔਰ ਇਸ ਕਰਕੇ ਅਸੀਂ ਵਿਸ਼ਵਾਸੀ ਲੋਕ ਪ੍ਰਾਰਥਨਾ ਵਿੱਚ ਆਪਣੇ ਖੁਦਾ ਦੇ ਨਾਲ ਗੱਲਬਾਤ ਕਰਦੇ ਹਾਂ, ਪਰਮੇਸ਼ਰ ਦੇ ਨਾਲ ਸਮਾਂ ਬਿਤਾਉਂਦੇ ਹਾਂ, ਉਸ ਨੂੰ ਆਪਣੇ ਸੁੱਖ ਦੁੱਖ ਦੱਸਦੇ ਹਾਂ ਔਰ ਉਹ ਸਾਡੇ ਸਾਰੇ ਸੁੱਖਾਂ ਦੁੱਖਾਂ ਦੇ ਵਿੱਚ ਸਾਡੇ ਨਾਲ ਹੈ। ਆਓ ਇਸ ਕਰਕੇ ਅੱਜ ਦੀ ਇਸ ਪਵਿੱਤਰ ਕੁਰਬਾਨੀ ਦੇ ਵਿੱਚ ਪੂਰੀ ਸ਼ਰਧਾ ਭਗਤੀ ਦੇ ਨਾਲ ਹਿੱਸਾ ਲੈਣ ਦੇ ਲਈ ਔਰ ਖਾਸ ਕਰਕੇ ਅੱਜ ਦੇ ਵਚਨ ਨੂੰ ਸੁਣਨ ਦੇ ਲਈ, ਅੱਜ ਦੇ ਵਚਨ ਨੂੰ ਜਾਣਨ ਦੇ ਲਈ, ਖੁਦਾ ਦੀ ਬਾਣੀ ਨੂੰ ਜਾਣਨ ਦੇ ਲਈ ਔਰ ਜਾਣ ਕੇ ਖੁਦਾ ਨੂੰ ਜ਼ਿਆਦਾ ਪਿਆਰ ਕਰਨ ਦੇ ਲਈ ਇੱਕ ਕਦਮ ਹੋਰ ਅੱਗੇ ਚੱਲਣ ਦੇ ਲਈ ਪ੍ਰਾਰਥਨਾ ਕਰੀਏ ਕਿ ਖੁਦਾ ਸਾਨੂੰ ਇੱਕ ਕਦਮ ਹੋਰ ਵੀ ਆਪਣੇ ਨਾਲ ਚੱਲਣ ਦੀ ਸ਼ਕਤੀ ਦੇਵੇ। ਆਓ ਅਸੀਂ ਕੁਛ ਪਲ ਆਪਣੇ ਅੱਖਾਂ ਬੰਦ ਰੱਖ ਕੇ ਖੁਦਾ ਦੀ ਵਡਿਆਈ ਕਰਾਂਗੇ ਔਰ ਆਪਣੇ ਸਾਰੇ ਗੁਨਾਹ ਗਲਤੀਆਂ ਦੇ ਲਈ ਖੁਦਾ ਕੋਲੋਂ ਸੱਚੇ ਦਿਲੋਂ ਮਾਫੀ ਮੰਗਾਂਗੇ। ਔਰ ਅਸੀਂ ਪ੍ਰਾਰਥਨਾ ਵਿੱਚ ਰੱਖਦੇ ਹਾਂ ਉਹਨਾਂ ਸਾਰੇ ਭੈਣ ਭਰਾਵਾਂ ਨੂੰ ਜਿਨ੍ਹਾਂ ਨੇ ਸਾਡੀ ਪ੍ਰਾਰਥਨਾ ਦੀ ਮੰਗ ਕੀਤੀ ਹੈ, ਦੂਰੋਂ ਨੇੜਿਓਂ ਜਿੱਥੇ ਕਿਤੇ ਵੀ ਅਸੀਂ ਬੈਠੇ ਹਾਂ, ਜੋ ਵੀ ਸਾਡੀਆਂ ਮਨੋਕਾਮਨਾਵਾਂ ਹਨ, ਜੋ ਵੀ ਸਾਡੀਆਂ ਪ੍ਰਾਰਥਨਾਵਾਂ ਬੇਨਤੀਆਂ ਹਨ, ਆਓ ਅਸੀਂ ਇਸ ਵੇਲੇ ਪ੍ਰਭੂ ਦੇ ਹੱਥਾਂ ਵਿੱਚ ਸੌਂਪ ਦਈਏ ਕਿ ਇਸ ਪਾਕ ਮਾਸ ਦੀ ਕੁਰਬਾਨੀ ਨੂੰ ਹਰ ਕੋਈ ਜੋ ਦੇਖ ਰਿਹਾ ਹੈ, ਸੱਚਮੁੱਚ ਉਹਦੇ ਜੀਵਨ ਦੇ ਵਿੱਚ ਬਹੁਤ ਵੱਡੇ ਵੱਡੇ ਚਮਤਕਾਰ ਕਰੇ। ਪ੍ਰਭੂ ਉਹਨਾਂ ਦੇ ਵਿਸ਼ਵਾਸ ਨੂੰ ਵਧਾਵੇ, ਪ੍ਰਭੂ ਉਹਨਾਂ ਦੀ ਹਰ ਲੋੜ ਜ਼ਰੂਰਤ ਪੂਰਾ ਕਰੇ। ਆਓ ਅਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਮਨ ਵਿੱਚ ਰੱਖਦੇ ਹੋਏ ਅੱਜ ਦੀ ਇਸ ਪਾਕ ਮਾਸ ਦੀ ਕੁਰਬਾਨੀ ਨੂੰ ਚੜ੍ਹਾਉਣ ਦੇ ਲਈ ਆਪਣੇ ਆਪ ਨੂੰ ਤਿਆਰ ਕਰੀਏ। ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਇਹ ਭਰਾਓ ਤੇ ਭੈਣੋ ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ, ਆਪਣੇ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਹੀ ਬਹੁਤ ਵੱਡੇ ਦੋਸ਼ ਦੇ ਨਾਲ। ਇਸ ਲਈ ਮੈਂ ਧੰਨ ਸਦਾ ਕੁਆਰੀ ਮਰੀਅਮ, ਸਾਰਿਆਂ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਇਹ ਭਰਾਓ ਤੇ ਭੈਣੋ ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ।
ਪੂਰੀ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹ ਨੂੰ ਮਾਫ ਕਰਕੇ ਸਾਨੂੰ ਸਦੀਵੀ ਜੀਵਨ ਤੱਕ ਪਹੁੰਚਾਵੇ। ਆਮੀਨ। ਐ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ, ਐ ਮਸੀਹਾ ਦਇਆ ਕਰ, ਐ ਮਸੀਹਾ ਦਇਆ ਕਰ, ਐ ਪ੍ਰਭੂ ਦਇਆ ਕਰ। ਐ ਪ੍ਰਭੂ ਦਇਆ ਕਰ। ਅਸੀਂ ਪ੍ਰਾਰਥਨਾ ਕਰੀਏ। ਐ ਖੁਦਾ, ਤੂੰ ਸਾਰੀਆਂ ਚੰਗਿਆਈਆਂ ਦਾ ਸੋਮਾ ਹੈ ਅਤੇ ਤੇਰੀ ਭਲਾਈ ਤੇਰੇ ਅੱਗੇ ਦੁਆ ਕਰਨ ਵਾਲੇ ਲੋਕਾਂ ਦੀਆਂ ਸਭ ਇੱਛਾਵਾਂ ਅਤੇ ਸਾਰੀਆਂ ਖੂਬੀਆਂ ਤੋਂ ਪਰੇ ਹੈ। ਸਾਡੇ ਉੱਤੇ ਆਪਣੇ ਰਹਿਮ ਦਾ ਦਾਨ ਬਰਸਾ ਦੇ। ਜਿਸ ਤੋਂ ਸਾਡੀ ਜ਼ਮੀਰ ਡਰਦੀ ਹੈ ਉਸ ਨੂੰ ਮਾਫ ਕਰ ਅਤੇ ਜਿਸ ਨੂੰ ਪਾਉਣ ਦੀ ਉਮੀਦ ਰੱਖਣ ਲਈ ਸਾਡੀ ਦੁਆ ਹਿੰਮਤ ਨਹੀਂ ਰੱਖਦੀ ਉਸ ਨੂੰ ਬਖਸ਼ ਦੇ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਦੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ। ਆਮੀਨ। पाठ पहला। योना नबी दी पुस्तक उसका 4 बाब 1 ਤੋਂ 11 आयत तक। पर योना नू ਇਹ सब बहुत बुरा लगा। ਉਹ ਗੁੱਸੇ ਦੀ ਅੱਗ ਨਾਲ ਭੜਕ ਉੱਠਿਆ। ਇਸ ਲਈ ਉਸਨੇ ਪ੍ਰਭੂ ਅੱਗੇ ਇਸ ਤਰ੍ਹਾਂ ਪ੍ਰਾਰਥਨਾ ਕੀਤੀ, हे ਪ੍ਰਭੂ, ਕਿ ਮੈਂ ਆਪਣਾ ਦੇਸ਼ ਛੱਡਣ ਲੱਗਿਆ ਪਹਿਲਾਂ ਹੀ ਇਹ ਪ੍ਰਾਰਥਨਾ ਨਾ ਕੀਤੀ ਸੀ ਕਿ ਤੂੰ ਇਹ ਕੀ ਕਰੇਂਗਾ। ਇਸੇ ਲਈ ਮੈਂ ਤਾਰਸ਼ੀਸ਼ ਨਗਰ ਨੂੰ ਭੱਜਣ ਦਾ ਆਪਣਾ ਪੂਰਾ ਯਤਨ ਕੀਤਾ ਸੀ। ਮੈਂ ਜਾਣਦਾ ਸਾਂ ਕਿ ਤੂੰ ਅਤੀ ਕਿਰਪਾਲੂ ਅਤੇ ਦਿਆਲੂ ਪਰਮੇਸ਼ਵਰ ਹੈ। ਤੂੰ ਗੁੱਸਾ ਕਰਨ ਵਿੱਚ ਮੱਠਾ ਅਤੇ ਅਪਾਰ ਦਇਆ ਦਾ ਮਾਲਕ ਅਤੇ ਆਪਣੇ ਬੁਰੇ ਫੈਸਲੇ ਬਦਲਣ ਦੇਣ ਵਾਲਾ ਹੈ ਅਤੇ ਆਪਣੇ ਬੁਰੇ ਫੈਸਲੇ ਬਦਲ ਦੇਣ ਵਾਲਾ ਹੈ। ਇਸ ਲਈ हे ਪ੍ਰਭੂ, ਮੇਰੀ ਪ੍ਰਾਰਥਨਾ ਹੈ ਕਿ ਮੇਰਾ ਜੀਵਨ ਲੈ ਲੈ। ਹੁਣ ਮੇਰੇ ਲਈ ਜੀਣ ਨਾਲੋਂ ਮਰ ਜਾਣਾ ਹੀ ਚੰਗਾ ਹੈ। ਪ੍ਰਭੂ ਨੇ ਯੋਨਾ ਨੂੰ ਕਿਹਾ ਕਿ ਤੇਰੇ ਲਈ ਇਸ ਤਰ੍ਹਾਂ ਗੁੱਸੇ ਹੋਣਾ ਠੀਕ ਹੈ। ਯੋਨਾ ਨਗਰ ਤੋਂ ਬਾਹਰ पूरब ਦੀ ਵੱਲ ਜਾ ਕੇ ਬੈਠ ਗਿਆ। ਉਸਨੇ ਆਪਣੇ ਲਈ ਇੱਕ ਛੱਪੜ ਖੜਾ ਕਰ ਲਿਆ ਅਤੇ ਉਸ ਦੀ ਛਾਂ ਹੇਠ ਇਹ ਦੇਖਣ ਲਈ ਬੈਠ ਗਿਆ ਕਿ ਨਗਰ ਤੇ ਕੀ ਵਾਪਰਦਾ ਹੈ। ਤਦ ਪ੍ਰਭੂ ਨੇ ਇੱਕ ਪ੍ਰਕਾਰ ਦੀ ਵੇਲ ਉਗਾਈ ਅਤੇ ਉਹ ਵੇਲ ਯੋਨਾ ਦੇ ਉੱਪਰ ਤੱਕ ਫੈਲ ਗਈ ਕਿ ਉਸ ਦੇ ਸਿਰ ਨੂੰ ਛਾਂ ਮਿਲੇ ਤਾਂ ਜੋ ਉਹ ਬੇਆਰਾਮੀ ਤੋਂ ਬਚ ਸਕੇ। ਯੋਨਾ ਉਸ ਵੇਲ ਨੂੰ ਵੇਖ ਕੇ ਬਹੁਤ ਪ੍ਰਸੰਨ ਹੋਇਆ। ਪਰ ਪਰਮੇਸ਼ਵਰ ਨੇ ਇੱਕ ਕੀੜੇ ਨੂੰ ਆਗਿਆ ਦਿੱਤੀ ਜਿਸ ਨੇ ਅਗਲੀ ਸਵੇਰ ਹੋਣ ਤੋਂ ਪਹਿਲਾਂ ਹੀ ਉਸ ਵੇਲ ਦੀ ਜੜ ਖਾ ਲਈ ਅਤੇ ਉਹ ਵੇਲ ਸੁੱਕ ਗਈ। ਫਿਰ ਜਦੋਂ ਸੂਰਜ ਚੜ੍ਹਿਆ ਤਾਂ ਪਰਮੇਸ਼ਵਰ ਨੇ ਪੂਰਬ ਦੇ ਪਾਸਿਓਂ ਗਰਮ ਹਵਾ ਚਲਾ ਦਿੱਤੀ। ਇਸ ਲਈ ਜਦੋਂ ਸੂਰਜ ਦੀ ਗਰਮੀ ਦਾ ਅਸਰ ਯੋਨਾ ਦੇ ਸਿਰ ਤੇ ਹੋਣ ਲੱਗਾ ਤਾਂ ਉਸ ਤੇ ਬੇਹੋਸ਼ੀ ਆਉਣ ਲੱਗੀ। ਤਦ ਉਸਨੇ ਮਰਨ ਦੀ ਇਹ ਕਹਿੰਦਿਆਂ ਹੋਇਆ ਇੱਛਾ ਪ੍ਰਗਟ ਕੀਤੀ, ਮੇਰੇ ਲਈ ਜੀਣ ਨਾਲੋਂ ਮਰ ਜਾਣਾ ਹੀ ਚੰਗਾ ਹੈ। ਪਰ ਪਰਮੇਸ਼ਵਰ ਨੇ ਯੋਨਾ ਨੂੰ ਕਿਹਾ ਕਿ ਵੇਲ ਦੇ ਲਈ ਗੁੱਸਾ ਕਰਨਾ ਤੇਰੇ ਲਈ ਠੀਕ ਹੈ। ਯੋਨਾ ਨੇ ਉੱਤਰ ਦਿੱਤਾ, ਹਾਂ ਕਿਉਂ ਨਹੀਂ, ਮੇਰੇ ਲਈ ਮੌਤ ਦੇ ਲਈ ਗੁੱਸਾ ਠੀਕ ਹੋਣਾ। ਮੇਰੇ ਲਈ ਮੌਤ ਦੇ ਲਈ ਗੁੱਸਾ ਹੋਣਾ ਠੀਕ ਹੀ ਹੈ। ਮੈਨੂੰ ਮਰਨਾ ਹੀ ਚਾਹੀਦਾ ਹੈ। ਤਦ ਪ੍ਰਭੂ ਨੇ ਯੋਨਾ ਨੂੰ ਕਿਹਾ, ਤੈਨੂੰ ਇਸ ਵੇਲ ਤੇ ਬਹੁਤ ਤਰਸ ਆਇਆ ਜਿਸ ਤੇ ਤੂੰ ਨਾ ਕੋਈ ਮਿਹਨਤ ਕੀਤੀ ਅਤੇ ਨਾ ਹੀ ਤੂੰ ਇਸ ਨੂੰ ਉਗਾਇਆ ਜੋ ਕੇਵਲ ਇੱਕ ਰਾਤ ਵਿੱਚ ਹੀ ਉੱਗੀ
ਅਤੇ ਇੱਕ ਰਾਤ ਵਿੱਚ ਹੀ ਗਈ। ਸੋ ਇਸ ਦੇ ਟਾਕਰੇ ਵਿੱਚ ਮੈਨੂੰ ਉਸ ਵੱਡੇ ਨਗਰ ਨਿਨਵਾ ਤੇ ਕਿੰਨਾ ਤਰਸ ਕਰਨਾ ਚਾਹੀਦਾ ਹੈ, ਜਿਸ ਦੇ ਵਿੱਚ 1,20,000 ਤੋਂ ਵੀ ਵੱਧ ਇਹੋ ਜਿਹੇ ਲੋਕ ਰਹਿ ਰਹੇ ਹਨ ਜੋ ਆਪਣੇ ਸੱਜੇ ਜਾਂ ਖੱਬੇ ਵਿੱਚ ਦਾ ਫਰਕ ਨਹੀਂ ਜਾਣਦੇ ਹਨ, ਅਤੇ ਇਹਨਾਂ ਦੇ ਨਾਲ ਹੀ ਅਣਗਿਣਤ ਪਸ਼ੂ ਵੀ। ਪ੍ਰਭੂ ਦੀ ਬਾਣੀ। ਖੁਦਾ ਦਾ ਸ਼ੁਕਰ ਹੋਵੇ। खुदावंद आप हैं मेरा यारी, किसे चीज दी मैनू उड़े ना हुंदी। खुदावंद आप हैं मेरा यारी, किसे चीज दी मैनू उड़े ना हुंदी। हरियां हरियां चरगाहां विच मैनू बिठाउंदा, हरियां हरियां चरगाहां विच मैनू बिठाउंदा। मिठे मिठे पानी दे कोल, मिठे मिठे पानी दे कोल मैनू ले जांदा, मैनू ले जांदा। खुदावंद आप हैं मेरा यारी, किसे चीज दी मैनू उड़े ना हुंदी, उड़े ना हुंदी, उड़े ना हुंदी, उड़े ना हुंदी। हालेलुया स्तुति गाए हम, यीशु की स्तुति गाए हम। हालेलुया स्तुति गाए हम, यीशु की स्तुति गाए हम। आशीष वो देगा, साथ मिलेगा, कभी नहीं छोड़ेगा। आशीष वो देगा, साथ मिलेगा, कभी नहीं छोड़ेगा। हालेलुया स्तुति गाए हम, यीशु की स्तुति गाए हम। हालेलुया, 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 हालेलुया। ਪ੍ਰਭੂ ਤੁਹਾਡੇ ਨਾਲ ਹੋਵੇ। ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਦਾ ਸੰਤ ਲੂਕਾ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਉਹਦਾ 11 ਬਾਬ 1 ਤੋਂ 4 ਐ ਤੱਕ।
ਯਿਸੂ ਕਿਸੇ ਥਾਂ ਪ੍ਰਾਰਥਨਾ ਕਰ ਰਿਹਾ ਸੀ ਅਤੇ ਜਦੋਂ ਉਸਨੇ ਪ੍ਰਾਰਥਨਾ ਸਮਾਪਤ ਕੀਤੀ ਤਾਂ ਉਸਦੇ ਚੇਲਿਆਂ ਵਿੱਚੋਂ ਇੱਕ ਨੇ ਉਸ ਨੂੰ ਕਿਹਾ, ਪ੍ਰਭੂ, ਸਾਨੂੰ ਪ੍ਰਾਰਥਨਾ ਕਰਨੀ ਸਿਖਾਓ, ਜਿਸ ਤਰ੍ਹਾਂ ਯਹੂਨਾ ਨੇ ਆਪਣੇ ਚੇਲਿਆਂ ਨੂੰ ਸਿਖਾਈ ਹੈ। ਉਸਨੇ ਉਹਨਾਂ ਨੂੰ ਕਿਹਾ, ਜਦੋਂ ਤੁਸੀਂ ਪ੍ਰਾਰਥਨਾ ਕਰੋ ਤਾਂ ਆਖੋ, ਐ ਬਾਪ, ਤੇਰਾ ਨਾਂ ਪਵਿੱਤਰ ਮੰਨਿਆ ਜਾਵੇ, ਤੇਰਾ ਰਾਜ ਆਵੇ, ਸਾਨੂੰ ਹਰ ਰੋਜ਼ ਸਾਡੇ ਰੋਜ਼ ਦੀ ਰੋਟੀ ਦਿਓ ਅਤੇ ਸਾਡੇ ਪਾਪ ਸਾਨੂੰ ਮਾਫ ਕਰੋ, ਕਿਉਂਕਿ ਅਸੀਂ ਆਪ ਹਰ ਇੱਕ ਨੂੰ ਜੋ ਸਾਡਾ ਕਰਜ਼ਦਾਰ ਹੈ ਮਾਫ ਕਰਦੇ ਹਾਂ, ਅਤੇ ਸਾਨੂੰ ਪਰਤਾਵੇ ਵਿੱਚ ਨਾ ਪੈਣ ਦਿਓ। ਪ੍ਰਭੂ ਦੀ ਪਵਿੱਤਰ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਅੰਜੀਲ ਦੇ ਪਵਿੱਤਰ ਸ਼ਬਦ ਸਾਡੇ ਪਾਪਾਂ ਨੂੰ ਮਿਟਾ ਦੇ। ਪ੍ਰਭੂ ਯਿਸੂ ਮਸੀਹ ਵਿੱਚ ਮੇਰੇ ਪਿਆਰੇ ਭਰਾਓ ਤੇ ਭੈਣੋ, ਅੱਜ ਦੀ ਇਸ ਪਵਿੱਤਰ ਅੰਜੀਲ ਦੇ ਵਿੱਚ, ਸੰਤ ਲੂਕਾ ਦੀ ਅੰਜੀਲ ਦੇ ਵਿੱਚ, ਪ੍ਰਭੂ ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਈ। ਸਾਡੇ ਈਮਾਨ ਦੇ ਵਿੱਚ, ਵਿਸ਼ਵਾਸ ਦੇ ਵਿੱਚ ਪ੍ਰਾਰਥਨਾ ਦਾ ਬਹੁਤ ਵੱਡਾ ਰੋਲ ਹੈ, ਔਰ ਪ੍ਰਾਰਥਨਾ ਹੀ ਸਾਡੀ ਪਹਿਚਾਨ ਹੈ ਕਿ ਅਸੀਂ ਮਸੀਹੀ ਲੋਕ ਹਾਂ। ਸਾਡੀ ਪ੍ਰਾਰਥਨਾ ਤੋਂ ਅਸੀਂ ਜਾਣੇ ਜਾਂਦੇ ਹਾਂ ਕਿ ਅਸੀਂ ਵਿਸ਼ਵਾਸੀ ਹਾਂ। ਪ੍ਰਭੂ ਯਿਸੂ ਨੇ ਇਸ ਦੁਨੀਆ ਵਿੱਚ ਆ ਕੇ ਸਾਨੂੰ ਖੁਦਾ ਨੂੰ ਪਿਤਾ ਕਹਿਣਾ ਸਿਖਾਇਆ, ਪਰਮੇਸ਼ਰ ਨੂੰ ਪਿਤਾ ਕਹਿਣਾ ਸਿਖਾਇਆ। ਔਰ ਇਸ ਕਰਕੇ ਪ੍ਰਭੂ ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਵੀ ਸਿਖਾਇਆ ਕਿ ਕਿਸ ਪ੍ਰਕਾਰ ਤੁਸੀਂ ਪ੍ਰਾਰਥਨਾ ਕਰਨੀ ਹੈ। ਸਾਡੇ ਮਹਾਨ ਸੰਤ ਲੋਕ ਪ੍ਰਾਰਥਨਾ ਨੂੰ ਇੱਕ ਅਜਿਹੀ ਘਟਨਾ ਦੱਸਦੇ ਹਨ, ਪ੍ਰਾਰਥਨਾ ਨੂੰ ਇੱਕ ਅਜਿਹਾ ਈਵੈਂਟ ਦੱਸਦੇ ਹਨ ਕਿ ਪ੍ਰਾਰਥਨਾ ਉਹ ਸਮਾਂ ਹੈ ਜਦੋਂ ਅਸੀਂ ਆਪਣੇ ਆਪ ਨੂੰ ਪਰਮੇਸ਼ਰ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਾਂ, ਆਪਣੀ ਆਤਮਾ ਨੂੰ ਪਰਮੇਸ਼ਰ ਦੇ ਵੱਲ ਉਠਾਉਂਦੇ ਹਾਂ। ਸੰਤਨੀ ਤਰੇਸਾ ਆਫ ਆਵਿਲਾ ਦੀ ਸੰਤਨੀ ਤਰੇਸਾ ਦੱਸਦੇ ਹਨ ਕਿ ਪ੍ਰਾਰਥਨਾ ਖੁਦਾ ਦੇ ਨਾਲ ਇੱਕ ਬਹੁਤ ਵੱਡੀ ਪਿਆਰ ਭਰੀ ਗੱਲਬਾਤ ਹੈ। ਇਸ ਪ੍ਰਕਾਰ ਪ੍ਰਾਰਥਨਾ ਅਲੱਗ-ਅਲੱਗ ਤਰੀਕਿਆਂ ਦੇ ਨਾਲ ਹੋ ਸਕਦੀ ਹੈ। ਵਿਦਵਾਨ ਲੋਕ ਕਹਿੰਦੇ ਹਨ ਕਿ ਪ੍ਰਾਰਥਨਾ ਸਧਾਰਨ ਤੌਰ ਤੇ 5 ਪ੍ਰਕਾਰ ਦੀ ਹੁੰਦੀ ਹੈ, ਜਿਹਦੇ ਵਿੱਚ ਇੱਕ ਹਿੱਸਾ ਹੈ ਪ੍ਰਾਰਥਨਾ ਦਾ ਜਦੋਂ ਅਸੀਂ ਪ੍ਰੇਜ਼ ਐਂਡ ਵਰਸ਼ਿਪ ਕਰਦੇ ਹਾਂ। ਪ੍ਰਾਰਥਨਾ, ਪ੍ਰੇਜ਼ ਐਂਡ ਵਰਸ਼ਿਪ ਦੀ ਪ੍ਰਾਰਥਨਾ ਇੱਕ ਹਿੱਸਾ ਹੈ ਜਦੋਂ ਅਸੀਂ ਖੁਦਾ ਦੀ ਮਹਿਮਾ ਕਰਦੇ ਹਾਂ, ਵਡਿਆਈ ਕਰਦੇ ਹਾਂ, ਖੁਦਾ ਦੀਆਂ ਦਿੱਤੀਆਂ ਸਾਰੀਆਂ ਬਖਸ਼ਾਂ ਦੇ ਲਈ, ਖੁਦਾ ਦੇ ਕੀਤੇ ਮਹਾਨ ਕੰਮਾਂ ਦੇ ਲਈ ਉਹਦੀ ਮਹਿਮਾ ਕਰਦੇ ਹਾਂ, ਜਿੱਥੋਂ ਸਾਡਾ ਦਿਲ ਖੁਦਾ ਦੀ ਮਹਾਨਤਾ ਨੂੰ ਯਾਦ ਕਰਦਾ ਹੈ ਕਿ ਖੁਦਾ ਕਿੰਨਾ ਮਹਾਨ ਹੈ। ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਮਨੁੱਖ ਦੇ ਹੱਥ ਵਿੱਚ ਨਹੀਂ ਹਨ। ਜਿਸ ਪ੍ਰਕਾਰ ਦੁਨੀਆ ਚੱਲ ਰਹੀ ਹੈ, ਸੂਰਜ ਉਗਦਾ ਹੈ, ਧਰਤੀ ਸੂਰਜ ਦੁਆਲੇ ਘੁੰਮਦੀ ਹੈ, ਔਰ ਇਸ ਸ੍ਰਿਸ਼ਟੀ ਦੇ ਵਿੱਚ ਬਹੁਤ ਕੁਝ ਹੈ ਜੋ ਅਜੇ ਤੱਕ ਅਸੀਂ ਦੇਖਿਆ ਵੀ ਨਹੀਂ ਹੈ। ਇਸ ਸਭ ਨੂੰ ਜਾਣ ਕੇ, ਸਭ ਨੂੰ ਦੇਖ ਕੇ ਸਾਡੇ ਅੰਦਰ ਪਰਮੇਸ਼ਰ ਦੇ ਲਈ ਇੱਕ ਬਹੁਤ ਵੱਡੀ ਮਹਿਮਾ ਆਪਣੇ ਆਪ ਨਿਕਲਦੀ ਹੈ ਕਿ ਪਰਮੇਸ਼ਰ ਕਿੰਨਾ ਮਹਾਨ ਹੈ। ਔਰ ਉਹਦੀ ਮਹਿਮਾ ਕਰਨ ਦੇ ਵਿੱਚ ਅਸੀਂ ਪਰਮੇਸ਼ਰ ਨੂੰ ਉਹਦੀ ਪ੍ਰਭੂ ਸੱਤਾ ਦਿੰਦੇ ਹਾਂ, ਉਹਦੀ ਸਹੀ ਜਗ੍ਹਾ ਉਸ ਨੂੰ ਸੌਂਪਦੇ ਹਾਂ। ਸਾਡੇ ਅੰਦਰ ਪਰਮੇਸ਼ਰ ਦੇ ਪ੍ਰਤੀ ਪਿਆਰ ਉਪਜਦਾ ਹੈ, ਪਰਮੇਸ਼ਰ ਦੇ ਪ੍ਰਤੀ ਇੱਕ ਭਗਤੀ ਉਪਜਦੀ ਹੈ, ਕਿਉਂਕਿ ਪਰਮੇਸ਼ਰ ਇੰਨਾ ਮਹਾਨ ਹੈ। ਔਰ ਇੱਕ ਦੂਸਰੀ ਪ੍ਰਾਰਥਨਾ ਹੈ ਜਿਹਦੇ ਵਿੱਚ ਅਸੀਂ ਖੁਦਾ ਦਾ ਧੰਨਵਾਦ ਕਰਦੇ ਹਾਂ। ਧੰਨਵਾਦੀ ਪ੍ਰਾਰਥਨਾ ਹੁੰਦੀ ਹੈ। ਅਸੀਂ ਉਸ ਨੂੰ ਧੰਨਵਾਦ ਕਿਉਂ ਕਹਿੰਦੇ ਹਾਂ? ਕਿਉਂਕਿ ਪਰਮੇਸ਼ਰ ਨੇ ਜੋ ਕੁਝ ਵੀ ਸ੍ਰਿਸ਼ਟੀ ਉੱਤੇ ਬਣਾਇਆ
ਮਨੁੱਖਾਂ ਦੇ ਲਈ ਬਣਾਇਆ ਹੈ ਔਰ ਹਰ ਇੱਕ ਮਨੁੱਖ ਉਸ ਨੂੰ ਇਹ ਕਹਿ ਸਕਦਾ ਹੈ ਕਿ ਪ੍ਰਭੂ ਨੇ ਮੇਰੇ ਵਾਸਤੇ ਬਣਾਇਆ। ਨਿੱਜੀ ਰੂਪ ਤੇ ਪਰਮੇਸ਼ਰ ਨੇ ਸਾਡੇ ਲਈ ਬਣਾਇਆ, ਕਿਉਂਕਿ ਅਸੀਂ ਪਵਿੱਤਰ ਬਾਈਬਲ ਦੇ ਵਿੱਚ ਉਤਪਤ ਦੇ ਗ੍ਰੰਥ ਵਿੱਚ ਪੜ੍ਹਦੇ ਹਾਂ ਕਿ ਪਰਮੇਸ਼ਰ ਨੇ ਮਨੁੱਖ ਨੂੰ ਸਾਰੀ ਸ੍ਰਿਸ਼ਟੀ ਦੀ ਰਚਨਾ ਕਰਨ ਤੋਂ ਬਾਅਦ ਬਣਾਇਆ ਔਰ ਮਨੁੱਖ ਨੂੰ ਪਰਮੇਸ਼ਰ ਨੇ ਆਪਣੇ ਸਰੂਪ ਉੱਤੇ ਬਣਾਇਆ। ਇਹ ਸਭ ਤੋਂ ਅਸੀਂ ਅੰਦਾਜ਼ਾ ਲਗਾਉਂਦੇ ਹਾਂ ਕਿ ਜੋ ਕੁਝ ਵੀ ਸ੍ਰਿਸ਼ਟੀ ਵਿੱਚ ਹੈ ਪਰਮੇਸ਼ਰ ਨੇ ਉਹ ਸਭ ਕੁਝ ਮਨੁੱਖ ਦੇ ਲਈ ਬਣਾਇਆ ਔਰ ਫਿਰ ਮਨੁੱਖ ਨੇ ਹਰ ਇੱਕ ਮਨੁੱਖ ਨੂੰ ਪਰਮੇਸ਼ਰ ਨੇ ਹਰ ਇੱਕ ਮਨੁੱਖ ਨੂੰ ਅਸੀਸ ਦਿੱਤੀ। ਅਸੀਂ ਇਹਨਾਂ ਸਾਰੀਆਂ ਬਰਕਤਾਂ ਦੇ ਲਈ ਔਰ ਜੋ ਸਾਡੇ ਨਿੱਜੀ ਜੀਵਨ ਦੇ ਵਿੱਚ ਵੀ ਪਰਮੇਸ਼ਰ ਸਾਨੂੰ ਦੇ ਰਿਹਾ ਉਸ ਇੱਕ ਇੱਕ ਦੇ ਲਈ ਉਹਦਾ ਧੰਨਵਾਦ ਕਰਦੇ ਹਾਂ। ਜਦੋਂ ਵੀ ਅਸੀਂ ਪ੍ਰਾਰਥਨਾ ਕਰਦੇ ਹਾਂ ਇਹ ਸਾਰੀਆਂ ਗੱਲਾਂ ਅਸੀਂ ਆਪਣੇ ਦਿਲ ਵਿੱਚ ਯਾਦ ਰੱਖਣੀਆਂ ਹਨ। ਔਰ ਉਸ ਤੋਂ ਅੱਗੇ ਪ੍ਰਾਰਥਨਾ ਦਾ ਇੱਕ ਮੋਡ ਹੈ, ਪ੍ਰਾਰਥਨਾ ਦਾ ਇੱਕ ਹੋਰ ਤਰੀਕਾ ਹੈ ਕਿ ਅਸੀਂ ਮਦਦਗਾਰੀ ਪ੍ਰਾਰਥਨਾ ਕਰਦੇ ਹਾਂ। ਅਸੀਂ ਸੰਤਾਂ ਦੀ ਸਿਫਾਰਿਸ਼ੀ ਪ੍ਰਾਰਥਨਾ ਕਰਦੇ ਹਾਂ, ਸੰਤਾਂ ਅੱਗੇ ਸਿਫਾਰਿਸ਼ ਕਰਦੇ ਹਾਂ ਸਾਡੇ ਵਾਸਤੇ ਪ੍ਰਾਰਥਨਾ ਕਰਨ ਵਾਸਤੇ। ਔਰ ਕਿਉਂਕਿ ਸੰਤ ਲੋਕ ਉਹ ਲੋਕ ਹਨ ਜਿਨ੍ਹਾਂ ਨੇ ਉਸੇ ਪਰਮੇਸ਼ਰ ਦੀ ਭਗਤੀ ਕਰਕੇ ਖੁਦਾ ਨੂੰ ਪਾਇਆ, ਪਰਮੇਸ਼ਰ ਨੂੰ ਪਾਇਆ, ਪਰਮੇਸ਼ਰ ਨੂੰ ਜਾਣਿਆ, ਪਰਮੇਸ਼ਰ ਦੇ ਲਈ ਆਪਣਾ ਸਭ ਕੁਝ ਸੌਂਪ ਦਿੱਤਾ, ਵਾਰ ਦਿੱਤਾ, ਖੁਦਾ ਦੇ ਲਈ ਆਪਣਾ ਜੀਵਨ ਸਮਰਪਣ ਕਰ ਦਿੱਤਾ। ਔਰ ਪ੍ਰਭੂ ਦਾ ਵਚਨ ਹੈ, ਪ੍ਰਭੂ ਕਹਿੰਦੇ ਹਨ ਕਿ ਜਿੱਥੇ ਮੈਂ ਹਾਂ ਉੱਥੇ ਮੇਰੇ ਲੋਕ ਵੀ ਹੋਣਗੇ। ਔਰ ਇਸ ਕਰਕੇ ਕਲੀਸਿਆ ਦਾ ਵਿਸ਼ਵਾਸ ਹੈ ਕਿ ਸੰਤ ਲੋਕ ਖੁਦਾ ਦੇ ਘਰ ਵਿੱਚ ਹਮੇਸ਼ਾ ਹਮੇਸ਼ਾ ਦੇ ਲਈ ਰਾਜ ਕਰਦੇ ਹਨ ਔਰ ਅਸੀਂ ਉਹਨਾਂ ਦੇ ਅੱਗੇ ਪ੍ਰਾਰਥਨਾ ਕਰ ਸਕਦੇ ਹਾਂ, ਉਹਨਾਂ ਦੀ ਮਦਦ ਮੰਗ ਸਕਦੇ ਹਾਂ। ਇਸ ਕਰਕੇ ਇੱਕ ਪ੍ਰਾਰਥਨਾ ਦਾ ਮੋੜ ਹੈ ਕਿ ਸੰਤਾਂ ਦੀ ਮਦਦ ਮੰਗਦੇ, ਮਦਦਗਾਰੀ ਪ੍ਰਾਰਥਨਾ। ਉਸ ਤੋਂ ਬਾਅਦ ਅਰਜ਼ੋਈਆਂ ਬੇਨਤੀਆਂ ਦੀ ਪ੍ਰਾਰਥਨਾ ਅਸੀਂ ਖੁਦ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰਦੇ ਹਾਂ। ਪ੍ਰਭੂ ਕਹਿੰਦੇ ਹਨ ਕਿ ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ, ਖਟਖਟਾਓ ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ। ਪਰਮੇਸ਼ਰ ਸਾਡੇ ਮੰਗਣ ਤੋਂ ਪਹਿਲਾਂ ਜਾਣਦਾ ਹੈ ਕਿ ਸਾਨੂੰ ਕਿਸ ਚੀਜ਼ ਦੀ ਲੋੜ ਹੈ, ਲੇਕਿਨ ਫਿਰ ਵੀ ਉਹ ਚਾਹੁੰਦਾ ਹੈ ਕਿ ਅਸੀਂ ਮੰਗੀਏ। ਜਿੱਤੋਂ ਭਾਵ ਹੈ ਜਿਸ ਦਾ ਅਰਥ ਹੈ ਕਿ ਸਾਨੂੰ ਪਰਮੇਸ਼ਰ ਦੇ ਅੱਗੇ ਝੁਕਣ ਦੀ ਲੋੜ ਹੈ, ਪਰਮੇਸ਼ਰ ਦੇ ਅੱਗੇ ਆਪਣੀਆਂ ਮੰਗਾਂ ਰੱਖਣ ਦੀ ਲੋੜ ਹੈ। ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਪਰਮੇਸ਼ਰ ਸਾਡੀਆਂ ਪ੍ਰਾਰਥਨਾਵਾਂ ਸੁਣੇਗਾ। ਬਹੁਤ ਵਾਰ ਅਸੀਂ ਆਪਣੇ ਦੁੱਖਾਂ ਦੇ ਵਿੱਚ ਪੈ ਜਾਂਦੇ ਹਾਂ ਤਾਂ ਅਸੀਂ ਆਪਣੀਆਂ ਬਿਮਾਰੀਆਂ ਦੇ ਨਾਲ, ਆਪਣੇ ਮੁਸ਼ਕਲਾਂ ਦੇ ਨਾਲ ਲੜਦੇ ਰਹਿੰਦੇ ਹਾਂ, ਲੇਕਿਨ ਪ੍ਰਾਰਥਨਾ ਕਰਨੀ ਅਸੀਂ ਭੁੱਲ ਜਾਂਦੇ ਹਾਂ। ਪ੍ਰਾਰਥਨਾ ਕਰੀਏ ਉਸ ਵੇਲੇ, ਪ੍ਰਭੂ ਦੇ ਕੋਲੋਂ ਮੰਗੀਏ, ਪ੍ਰਭੂ ਮੇਰੀ ਮੁਸ਼ਕਲ ਦੂਰ ਕਰ, ਪ੍ਰਭੂ ਮੇਰੇ ਦੁੱਖਾਂ ਨੂੰ ਦੂਰ ਕਰ, ਔਰ ਪਰਮੇਸ਼ਰ ਸੁਣੇਗਾ। ਪਰਮੇਸ਼ਰ ਸਾਡੇ ਨਾਲ ਹੈ। ਪਰਮੇਸ਼ਰ ਕਹਿੰਦਾ ਹੈ ਕਿ ਮੈਂ ਤੁਹਾਨੂੰ ਕਦੇ ਵੀ ਛੱਡਾਂਗਾ ਨਹੀਂ। ਅਸੀਂ ਉਸ ਪ੍ਰਭੂ ਯਿਸੂ ਉੱਤੇ ਵਿਸ਼ਵਾਸ ਕੀਤਾ ਹੈ ਜਿਹੜਾ ਪ੍ਰਭੂ ਯਿਸੂ ਨੇ ਸਾਡੇ ਲਈ ਆਪਣਾ ਸਭ ਕੁਝ ਵਾਰ ਦਿੱਤਾ ਸਲੀਬ ਉੱਤੇ। ਔਰ ਇਸ ਕਰਕੇ ਅਗਲੀ ਪ੍ਰਾਰਥਨਾ ਦਾ ਮੋੜ ਹੈ ਅਡੋਰੇਸ਼ਨ, ਪ੍ਰਭੂ ਦੀ ਆਰਾਧਨਾ ਕਰਨਾ। ਅਸੀਂ ਪਾਕ ਯੂਕਰਿਸਟ ਦੇ ਵਿੱਚ ਪ੍ਰਭੂ ਦੀ ਆਰਾਧਨਾ ਕਰਦੇ ਹਾਂ। ਪ੍ਰਭੂ ਦੀ ਆਰਾਧਨਾ ਦਾ ਮਤਲਬ ਹੈ ਪ੍ਰਭੂ ਦੇ ਅੱਗੇ ਨਤਮਸਤਕ ਹੋਣਾ, ਪ੍ਰਭੂ ਦਾ ਧੰਨਵਾਦ ਕਰਨਾ ਔਰ ਪ੍ਰਭੂ ਦੀ ਮਹਿਮਾ ਕਰਨਾ, ਪ੍ਰਭੂ ਦੇ ਸਾਰੇ ਮਹਾਨ ਕੰਮਾਂ ਨੂੰ ਯਾਦ ਕਰਕੇ ਉਹਦੇ ਗੁਣਗਾਨ ਕਰਨਾ, ਉਹਦਾ ਗੁਣਗਾਨ ਕਰਨਾ, ਉਹਦੀ ਵਡਿਆਈ ਕਰਨਾ, ਉਹਦੀ ਮਹਿਮਾ ਕਰਨਾ, ਉਹਦੀ ਆਰਾਧਨਾ ਕਰਨਾ। ਇਹ ਸਾਰੀਆਂ ਪ੍ਰਾਰਥਨਾਵਾਂ ਦੇ ਹਿੱਸੇ ਹਨ ਜਿਨ੍ਹਾਂ ਦੇ ਦੁਆਰਾ ਅਸੀਂ ਖੁਦਾ ਦੇ ਨਾਲ ਆਪਣੇ ਆਪ ਨੂੰ ਜੋੜਦੇ ਹਾਂ। ਖੁਦਾ ਦੇ ਨਾਲ ਅਸੀਂ ਆਪਣੇ ਆਪ ਨੂੰ ਜੋੜਦੇ ਹਾਂ ਕਿਉਂਕਿ ਖੁਦਾ ਦੀ ਸ਼ਕਤੀ ਮਹਾਨ ਹੈ। ਅਸੀਂ ਆਪਣੀ ਸ਼ਕਤੀ ਦੇ ਨਾਲ ਬਹੁਤ ਸਾਰੇ ਕੰਮਕਾਜ ਨਹੀਂ ਕਰ ਸਕਦੇ। ਬਹੁਤ ਸਾਰੀਆਂ ਚੀਜ਼ਾਂ ਹਨ, ਬਹੁਤ ਸਾਰੇ ਕੰਮ ਹਨ ਜੋ ਸਾਡੀ ਪਹੁੰਚ ਤੋਂ ਬਾਹਰ ਚਲੇ ਜਾਂਦੇ ਹਨ। ਇਸ ਕਰਕੇ ਅਸੀਂ ਖੁਦਾ ਦੇ ਅੱਗੇ ਪ੍ਰਾਰਥਨਾ ਕਰਦੇ ਹਾਂ ਕਿਉਂਕਿ ਖੁਦਾ ਸਾਡੇ ਲਈ ਸਭ ਕੁਝ ਕਰ ਸਕਦਾ। ਖੁਦਾ ਦੇ ਲਈ ਕੁਝ ਵੀ ਅਣਹੋਣਾ ਨਹੀਂ ਹੈ। ਪ੍ਰਭੂ ਯਿਸੂ ਨੇ ਜਦੋਂ ਪ੍ਰਾਰਥਨਾ ਸਿਖਾਈ ਆਪਣੇ ਚੇਲਿਆਂ ਨੂੰ, ਉਹਦੇ ਵਿੱਚ ਬਹੁਤ ਕੁਝ ਸਿੱਖਣ ਦੇ ਲਈ ਹੈ। ਪ੍ਰਭੂ ਯਿਸੂ ਨੇ ਇਸ ਦੁਨੀਆ ਦੇ ਵਿੱਚ ਸਾਨੂੰ ਆ ਕੇ ਸਭ ਤੋਂ ਪਹਿਲਾ, ਸਭ ਤੋਂ ਵੱਡਾ ਪਾਠ ਇਹ ਪੜ੍ਹਾਇਆ ਕਿ ਖੁਦਾ ਨੇ, ਪ੍ਰਭੂ ਯਿਸੂ ਨੇ ਕਿਹਾ ਕਿ ਖੁਦਾ ਦੇ ਅੱਗੇ ਤੁਸੀਂ ਬੱਚਿਆਂ ਦੇ ਵਾਂਗ ਆਪਣੇ ਆਪ ਨੂੰ, ਜਿਸ ਤਰ੍ਹਾਂ ਬੱਚੇ ਆਪਣੇ ਪਿਤਾ ਦੇ ਅੱਗੇ ਜਾ ਕੇ ਕੋਈ ਆਪਣੀ ਮੰਗ ਰੱਖਦੇ ਹੋ, ਉਸ ਪ੍ਰਕਾਰ ਤੁਸੀਂ ਖੁਦਾ ਦੇ ਚਰਨਾਂ ਵਿੱਚ ਆਓ। ਤੁਸੀਂ ਖੁਦਾ ਦੇ ਬੱਚੇ ਹੋ। ਅਸੀਂ ਸਾਰੇ ਖੁਦਾ ਦੇ ਬੱਚੇ ਹਾਂ ਔਰ ਖੁਦਾ ਪਰਮੇਸ਼ਰ ਸਾਡਾ ਪਿਤਾ ਹੈ, ਸਾਨੂੰ ਪਿਤਾ ਵਾਂਗ ਪਿਆਰ ਕਰਦਾ ਹੈ। ਅਤੇ ਇਸ ਕਰਕੇ ਅਸੀਂ ਉਸ ਵਿਸ਼ਵਾਸ ਦੇ ਨਾਲ, ਉਸ ਉਮੀਦ ਦੇ ਨਾਲ ਆਈਏ
ਕਿ ਪਿਤਾ ਕਦੇ ਵੀ ਆਪਣੇ ਬੱਚਿਆਂ ਨੂੰ ਨਿਰਾਸ਼ ਨਹੀਂ ਕਰੇਗਾ। ਪਿਆਰੇ ਭਰਾਓ ਭੈਣੋ, ਸੱਚਮੁੱਚ ਇਸ ਪ੍ਰਾਰਥਨਾ ਦੇ ਵਿੱਚ, ਪ੍ਰਭੂ ਯਿਸੂ ਦੀ ਪ੍ਰਾਰਥਨਾ ਦੇ ਵਿੱਚ ਇੱਕ ਬਹੁਤ ਵੱਡੀ ਇਹ ਸੱਚਾਈ ਨਜ਼ਰ ਆਉਂਦੀ ਹੈ ਕਿ ਖੁਦਾ ਕੋਈ ਸਾਡੇ ਉੱਤੇ ਇਕੱਲਾ ਸਾਡਾ ਕੋਈ ਮਹਾਨ ਰਾਜਾ ਨਹੀਂ ਹੈ, ਸਾਡਾ ਇਕੱਲਾ ਨਿਆਂਕਾਰ ਨਹੀਂ ਹੈ ਕਿ ਸਾਡਾ ਕੇਵਲ ਨਿਆਂ ਕਰਨ ਵਾਲਾ, ਸਾਨੂੰ ਸਜ਼ਾ ਦੇਣ ਵਾਲਾ ਹੈ। ਖੁਦਾ ਸਾਨੂੰ ਪਿਆਰ ਕਰਨ ਵਾਲਾ ਪਰਮੇਸ਼ਰ ਹੈ। ਖੁਦਾ ਸਾਨੂੰ ਸੰਭਾਲਣ ਵਾਲਾ ਪਰਮੇਸ਼ਰ ਹੈ। ਖੁਦਾ ਦਇਆਵਾਨ ਪਰਮੇਸ਼ਰ ਹੈ। ਔਰ ਉਹ ਸਾਨੂੰ ਇੰਨਾ ਪਿਆਰ ਕਰਦਾ ਹੈ, ਇੰਨਾ ਪਿਆਰ ਕਰਦਾ ਹੈ ਕਿ ਜਿਸ ਤਰ੍ਹਾਂ ਇੱਕ ਬਾਪ ਆਪਣੇ ਬੱਚਿਆਂ ਨੂੰ ਪਿਆਰ ਕਰਦਾ ਹੈ, ਇਸ ਪ੍ਰਕਾਰ ਖੁਦਾ ਸਾਨੂੰ ਪਿਆਰ ਕਰਦਾ। ਪ੍ਰਭੂ ਯਿਸੂ ਦੇ ਇਸ ਪ੍ਰਾਰਥਨਾ ਦੀ ਸਭ ਤੋਂ ਵੱਡੀ ਸੱਚਾਈ ਇਹ ਸੀ। ਔਰ ਫਿਰ ਉਸ ਤੋਂ ਅੱਗੇ ਜਾ ਕੇ ਆਪਾਂ ਦੇਖੀਏ ਤਾਂ ਪ੍ਰਭੂ ਯਿਸੂ ਨੇ ਕਿਹਾ ਕਿ ਤੇਰਾ ਐ ਸਾਡੇ ਬਾਪ ਤੂੰ ਜੋ ਅਸਮਾਨ ਉੱਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ। ਖੁਦਾ ਦਾ ਨਾਮ ਜਿਹੜਾ ਹੈ ਇਸ ਦੁਨੀਆ ਉੱਤੇ ਆਰਾਧਿਆ ਜਾਵੇ। ਖੁਦਾ ਦਾ ਨਾਮ ਮੰਨਿਆ ਜਾਵੇ। ਹਰ ਮਨੁੱਖ ਖੁਦਾ ਦੇ ਨਾਂ ਨੂੰ, ਪਰਮੇਸ਼ਰ ਦੇ ਨਾਂ ਨੂੰ ਯਾਦ ਕਰੇ, ਪਰਮੇਸ਼ਰ ਦੇ ਨਾਂ ਨੂੰ ਧਿਆਵੇ। ਇਹ ਸਾਡੀ ਸਭ ਦੀ ਜ਼ਿੰਮੇਵਾਰੀ ਹੈ, ਸਾਡਾ ਸਭ ਦਾ ਫਰਜ਼ ਹੈ ਕਿ ਅਸੀਂ ਖੁਦਾ ਦੇ ਨਾਂ ਨੂੰ, ਪਰਮੇਸ਼ਰ ਦੇ ਨਾਂ ਨੂੰ ਸਿਮਰੀਏ, ਪਰਮੇਸ਼ਰ ਦੇ ਨਾਂ ਨੂੰ ਯਾਦ ਰੱਖੀਏ, ਪਰਮੇਸ਼ਰ ਦੇ ਨਾਂ ਨੂੰ ਉੱਚਾ ਕਰੀਏ, ਪਰਮੇਸ਼ਰ ਦਾ ਨਾਮ ਜਪੀਏ। ਔਰ ਫਿਰ ਉਸ ਤੋਂ ਅੱਗੇ ਪ੍ਰਭੂ ਦਾ ਵਚਨ ਹੈ, ਤੇਰਾ ਰਾਜ ਆਵੇ। ਪ੍ਰਭੂ ਯਿਸੂ ਨੇ ਇਸ ਦੁਨੀਆ ਉੱਤੇ ਆ ਕੇ ਖੁਦਾ ਦੇ ਰਾਜ ਨੂੰ ਸਥਾਪਿਤ ਕੀਤਾ। ਪ੍ਰਭੂ ਯਿਸੂ ਕਹਿੰਦੇ ਹਨ ਕਿ ਖੁਦਾ ਦਾ ਰਾਜ ਨੇੜੇ ਆ ਗਿਆ ਹੈ। ਔਰ ਉਹ ਖੁਦਾ ਦਾ ਰਾਜ ਕੁਝ ਦਿਖਣ ਵਾਲੀ ਚੀਜ਼ ਨਹੀਂ ਹੈ। ਪ੍ਰਭੂ ਯਿਸੂ ਨੇ ਕਿਹਾ ਕਿ ਇਹ ਖੁਦਾ ਦਾ ਰਾਜ ਤੁਹਾਡੇ ਅੰਦਰ ਹੈ, ਤੁਹਾਡੇ ਦਿਲ ਵਿੱਚ ਹੈ, ਤੁਹਾਡੇ ਮਨ ਵਿੱਚ ਸਥਾਪਿਤ ਹੋਵੇ। ਅਸੀਂ ਆਪਣੇ ਮਨਾਂ ਦੇ ਵਿੱਚ ਖੁਦਾ ਦੇ ਰਾਜ ਨੂੰ ਸਥਾਪਿਤ ਕਰੀਏ। ਜਦੋਂ ਸਾਡੇ ਮਨਾਂ ਦੇ ਵਿੱਚ ਸੰਸਾਰਿਕ ਭੁੱਖ, ਇਸ ਦੁਨੀਆ ਦੀ ਮੋਹ ਮਾਇਆ ਦੀ ਭੁੱਖ ਖਤਮ ਹੋ ਜਾਵੇਗੀ, ਦੁਨੀਆ ਦੀ ਮੋਹ ਮਾਇਆ ਖਤਮ ਹੋ ਜਾਵੇਗੀ, ਪਰਮੇਸ਼ਰ ਦੇ ਰਾਜ ਦੀ ਭੁੱਖ ਸਾਡੇ ਅੰਦਰ ਆ ਜਾਵੇਗੀ, ਉਸ ਵੇਲੇ ਖੁਦਾ ਦਾ ਰਾਜ ਸਾਡੇ ਅੰਦਰ ਸਥਾਪਿਤ ਹੋ ਜਾਂਦਾ ਹੈ। ਔਰ ਫਿਰ ਉਸ ਤੋਂ ਅਗਲੇ ਲਾਣਾ ਕਿ ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਉੱਤੇ ਪੂਰੀ ਹੁੰਦੀ ਹੈ, ਜ਼ਮੀਨ ਉੱਤੇ ਵੀ ਹੋਵੇ। ਬਹੁਤ ਵੱਡੀ ਪ੍ਰਭੂ ਦੀ ਸਿੱਖਿਆ ਪ੍ਰਭੂ ਯਿਸੂ ਨੇ ਕਿਹਾ ਇਸ ਆਏ ਸਾਡੇ ਬਾਪ ਦੀ ਪ੍ਰਾਰਥਨਾ ਦੇ ਵਿੱਚ ਕਿ ਖੁਦਾ ਦੀ ਮਰਜ਼ੀ ਪੂਰੀ ਹੋਣ ਦੇਣਾ ਸਾਡਾ ਸਭ ਤੋਂ ਵੱਡਾ ਫਰਜ਼ ਹੈ। ਪ੍ਰਭੂ ਯਿਸੂ ਨੇ ਕਿਹਾ ਕਿ ਮੇਰਾ ਭੋਜਨ ਹੈ ਆਪਣੇ ਪਿਤਾ ਦੀ ਮਰਜ਼ੀ ਪੂਰੀ ਕਰਨਾ। ਪਿਤਾ ਦੀ ਮਰਜ਼ੀ ਪੂਰੀ ਕਰਨ ਦੇ ਲਈ ਮੈਂ ਇਸ ਧਰਤੀ ਉੱਤੇ ਆਇਆ ਹਾਂ। ਪ੍ਰਭੂ ਯਿਸੂ ਨੇ ਗਸਮਨੀ ਬਾਗ ਦੇ ਵਿੱਚ ਪ੍ਰਾਰਥਨਾ ਕੀਤੀ ਕਿ ਪਿਤਾ ਜੇ ਹੋ ਸਕੇ ਤਾਂ ਇਹ ਦੁੱਖਾਂ ਦਾ ਪਿਆਲਾ ਮੇਰੇ ਕੋਲੋਂ ਟਲ ਜਾਵੇ, ਲੇਕਿਨ ਪ੍ਰਭੂ ਯਿਸੂ ਨੇ ਕਿਹਾ ਲੇਕਿਨ ਮੇਰੀ ਮਰਜ਼ੀ ਨਹੀਂ, ਇਹ ਪਿਤਾ ਤੇਰੀ ਮਰਜ਼ੀ ਪੂਰੀ ਹੋਵੇ। ਔਰ ਪ੍ਰਭੂ ਯਿਸੂ ਨੇ ਸੱਚਮੁੱਚ ਆਪਣੇ ਪਿਤਾ ਦੀ ਮਰਜ਼ੀ ਪੂਰੀ ਕੀਤੀ। ਔਰ ਪ੍ਰਭੂ ਯਿਸੂ ਇਸ ਕਰਕੇ ਕਹਿੰਦੇ ਹਨ ਕਿ ਜੋ ਤੁਸੀਂ ਪ੍ਰਾਰਥਨਾ ਕਰੋ ਤਾਂ ਇਹ ਪ੍ਰਾਰਥਨਾ ਕਰੋ ਕਿ ਪਿਤਾ ਤੇਰੀ ਮਰਜ਼ੀ ਸਾਡੇ ਜੀਵਨ ਵਿੱਚ ਪੂਰੀ ਹੋਵੇ, ਸਾਡੀ ਮਰਜ਼ੀ ਨਹੀਂ, ਤੇਰੀ ਮਰਜ਼ੀ। ਕਿਉਂਕਿ ਸਾਡੀਆਂ ਮੰਗਾਂ ਬਹੁਤ ਹਨ, ਸਾਡੀਆਂ ਪ੍ਰਾਰਥਨਾਵਾਂ ਬਹੁਤ ਹਨ, ਲੇਕਿਨ ਅਸੀਂ ਜਾਣਨਾ ਕਿ ਪਰਮੇਸ਼ਰ ਦੀ ਮਰਜ਼ੀ ਕੀ ਹੈ। ਔਰ ਜਿੱਥੇ ਪਰਮੇਸ਼ਰ ਨੇ ਮੈਨੂੰ ਰੱਖਿਆ, ਜੋ ਪਰਮੇਸ਼ਰ ਨੇ ਮੈਨੂੰ ਦਿੱਤਾ ਹੈ, ਜੋ ਪਰਮੇਸ਼ਰ ਦੀ ਮਰਜ਼ੀ ਹੈ ਉਹ ਮੇਰੀ ਜ਼ਿੰਦਗੀ ਵਿੱਚ ਪੂਰੀ ਹੋਵੇ, ਇਹ ਕਹਿਣਾ ਸੌਖਾ ਨਹੀਂ ਹੈ। ਪ੍ਰਭੂ ਯਿਸੂ ਨੇ ਖੁਦ ਮਹਿਸੂਸ ਕੀਤਾ। ਪ੍ਰਭੂ ਯਿਸੂ ਨੂੰ ਬਹੁਤ ਕਠਿਨ ਲੱਗਾ ਆਪਣੇ ਪਿਤਾ ਦੀ ਮਰਜ਼ੀ ਨੂੰ ਪੂਰਾ ਕਰਨਾ, ਲੇਕਿਨ ਫਿਰ ਵੀ ਉਸਨੇ ਆਪਣੇ ਆਪ ਨੂੰ ਸੌਂਪ ਦਿੱਤਾ। ਸਲੀਬੀ ਕੁਰਬਾਨੀ ਤੱਕ ਉਸਨੇ ਆਪਣੇ ਆਪ ਨੂੰ ਸੌਂਪ ਦਿੱਤਾ। ਔਰ ਇਸ ਕਰਕੇ ਪ੍ਰਭੂ ਯਿਸੂ ਸਾਨੂੰ ਸਿਖਾਉਂਦੇ ਹਨ ਕਿ ਤੁਸੀਂ ਇਸ ਪ੍ਰਕਾਰ ਪ੍ਰਾਰਥਨਾ ਕਰੋ ਕਿ ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਉੱਤੇ ਪੂਰੀ ਹੁੰਦੀ ਹੈ, ਜ਼ਮੀਨ ਉੱਤੇ ਵੀ ਹੋਏ। ਕਿਉਂਕਿ ਸਾਡੇ ਅੰਦਰ ਇੱਕ ਆਪਣੀ ਮਰਜ਼ੀ ਵੀ ਹੈ। ਖੁਦਾ ਨੇ ਸਾਨੂੰ ਆਪਣੀ ਮਰਜ਼ੀ ਸੌਂਪੀ ਹੈ ਕਿ ਅਸੀਂ ਚਾਹੇ ਪੁੰਨ ਚੁਣ ਲਈਏ, ਚਾਹੇ ਅਸੀਂ ਪਾਪ ਚੁਣ ਲਈਏ। ਇਸ ਦੁਨੀਆ ਦੇ ਵਿੱਚ ਖੁਦਾ ਨੇ ਸਾਨੂੰ ਆਜ਼ਾਦ ਮਰਜ਼ੀ ਦਿੱਤੀ ਹੈ, ਲੇਕਿਨ ਉਸ ਆਜ਼ਾਦ ਮਰਜ਼ੀ ਦੇ ਬਾਵਜੂਦ ਕਿ ਅਸੀਂ ਪਰਮੇਸ਼ਰ ਦੀ ਮਰਜ਼ੀ ਪੂਰੀ ਕਰਨ ਦੇ ਲਈ ਤਿਆਰ ਹਾਂ ਜਾਂ ਅਸੀਂ ਆਪਣੀ ਮਰਜ਼ੀ ਕਰ ਰਹੇ ਹਾਂ, ਸਾਡੇ ਵਾਸਤੇ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ। ਪਰਮੇਸ਼ਰ ਦੀ ਮਰਜ਼ੀ ਪੂਰੀ ਹੋਣ ਦੇਣਾ, ਪਰਮੇਸ਼ਰ ਦੀ ਮਰਜ਼ੀ ਦੇ ਲਈ ਆਪਣੇ ਆਪ ਨੂੰ ਸੌਂਪ ਦੇਣਾ ਸਾਡਾ ਧਰਮ ਹੈ, ਸਾਡਾ ਈਮਾਨ ਹੈ, ਸਾਡਾ ਵਿਸ਼ਵਾਸ ਹੈ। ਔਰ ਜਿਸ ਪ੍ਰਕਾਰ ਪ੍ਰਭੂ ਚਾਹੁੰਦੇ ਹਨ ਉਸ ਪ੍ਰਕਾਰ ਅਸੀਂ ਆਪਣੇ ਆਪ ਨੂੰ ਉਹਦੇ ਹੱਥਾਂ 'ਚ ਸੌਂਪ ਦਈਏ।
ਇਸ ਕਰਕੇ ਪ੍ਰਭੂ ਯਿਸੂ ਕਹਿੰਦੇ ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਉੱਤੇ ਪੁਰਦੀ ਹੈ ਜ਼ਮੀਨ ਉੱਤੇ ਹੋਵੇ, ਸਾਡੇ ਰੋਜ਼ ਦੀ ਰੋਟੀ। ਅਗਲੇ ਪਾਠ ਦੇ ਵਿੱਚ ਪ੍ਰਭੂ ਯਿਸੂ ਸਾਡੇ ਆਪਣੇ ਜੀਵਨ ਦੇ ਸਾਡੀਆਂ ਲੋੜਾਂ ਜ਼ਰੂਰਤਾਂ ਦੇ ਉੱਤੇ ਪ੍ਰਭੂ ਯਿਸੂ ਸਾਨੂੰ ਗੌਰ ਕਰਨ ਦੇ ਲਈ ਪ੍ਰਭੂ ਕਹਿੰਦੇ ਹਨ ਕਿਸ ਪ੍ਰਕਾਰ ਤੁਸੀਂ ਮੰਗਣਾ ਹੈ ਪ੍ਰਭੂ ਕੋਲੋਂ। ਸਾਡੇ ਰੋਜ਼ ਦੀ ਰੋਟੀ ਸਾਨੂੰ ਦਿਓ। ਅਸੀਂ ਬਹੁਤਾ ਨਹੀਂ ਮੰਗਦੇ ਪ੍ਰਭੂ ਕੋਲੋਂ, ਕੇਵਲ ਸਾਡੇ ਰੋਜ਼ ਦੀ ਰੋਟੀ ਪ੍ਰਭੂ ਕੋਲੋਂ ਮੰਗਦੇ ਹਾਂ ਕਿ ਪ੍ਰਭੂ ਸਾਨੂੰ ਖਾਣ ਦੇ ਲਈ ਭੋਜਨ ਦੇਵੇ, ਜਿਹਦੇ ਨਾਲ ਸਾਡੀਆਂ ਬੇਸਿਕ ਲੋੜਾਂ ਹਨ, ਸਾਡੀਆਂ ਇੱਕ ਸਧਾਰਨ ਲੋੜਾਂ ਹਨ, ਪ੍ਰਭੂ ਜ਼ਰੂਰ ਉਹਨਾਂ ਨੂੰ ਪੂਰੀਆਂ ਕਰੇਗਾ। ਔਰ ਜੋ ਸਾਡੇ ਲਈ ਮੰਗਣਾ ਹੈ ਪ੍ਰਭੂ ਕੋਲੋਂ ਉਹੀ ਹੈ ਭੋਜਨ ਦੀ ਮੰਗ ਕਰਨਾ। ਪ੍ਰਭੂ ਸਾਨੂੰ ਭੋਜਨ ਦੇ। ਔਰ ਜਿਹਦੇ ਵਿੱਚ ਇਹ ਵੀ ਹੈ ਕਿ ਅਸੀਂ ਬਹੁਤ ਕੁਝ ਪ੍ਰਭੂ ਕੋਲੋਂ ਨਹੀਂ ਮੰਗਦੇ, ਕੇਵਲ ਅਸੀਂ ਭੋਜਨ ਦੀ ਮੰਗ ਕਰਦੇ ਹਾਂ ਕਿ ਅਸੀਂ ਜੀ ਸਕੀਏ, ਅਸੀਂ ਪ੍ਰਭੂ ਦਾ ਭੋਜਨ ਛਕ ਕੇ, ਪ੍ਰਭੂ ਦੇ ਵਰਦਾਨ ਛਕ ਕੇ ਅਸੀਂ ਪ੍ਰਭੂ ਦੀ ਸੇਵਾ ਕਰ ਸਕੀਏ। ਔਰ ਫਿਰ ਪ੍ਰਭੂ ਅਗਲੇ ਹਿੱਸੇ ਦੇ ਵਿੱਚ ਸਾਡੇ ਪਾਪ ਸਾਨੂੰ ਮਾਫ ਕਰ, ਸਾਡੇ ਗੁਨਾਹ ਸਾਨੂੰ ਮਾਫ ਕਰ, ਜਿਸ ਤਰ੍ਹਾਂ ਅਸੀਂ ਆਪਣੇ ਕਰਜ਼ਦਾਰਾਂ ਨੂੰ ਮਾਫ ਕਰਦੇ ਹਾਂ। ਪ੍ਰਭੂ ਦੇ ਅੱਗੇ ਇਹ ਪ੍ਰਾਰਥਨਾ ਕਰਨਾ ਕਿ ਜਿਸ ਪ੍ਰਕਾਰ ਮੈਂ ਆਪਣੇ ਅਪਰਾਧੀਆਂ ਨੂੰ, ਜਿਨ੍ਹਾਂ ਨੇ ਮੇਰੇ ਵਿਰੁੱਧ ਕੋਈ ਪਾਪ ਕੀਤਾ, ਜੇ ਮੈਂ ਉਹਨਾਂ ਨੂੰ ਮਾਫ ਕਰਦਾ, ਪ੍ਰਭੂ ਦੇ ਅੱਗੇ ਮੈਂ ਵੀ ਆਪਣੇ ਗੁਨਾਹਾਂ ਦੀ ਮਾਫੀ ਮੰਗ ਸਕਦਾ ਹਾਂ। ਸਾਡੇ ਵਿੱਚੋਂ ਬਹੁਤ ਸਾਰੇ ਲੋਕ ਹਨ ਜੋ ਦੂਸਰਿਆਂ ਨੂੰ ਮਾਫ ਕਰਨ ਦੇ ਲਈ ਤਿਆਰ ਨਹੀਂ ਹਨ, ਲੇਕਿਨ ਪ੍ਰਭੂ ਦੇ ਅੱਗੇ ਆਪਣੇ ਪਾਪਾਂ ਦੀ ਮਾਫੀ ਮੰਗਦੇ ਹਨ। ਜ਼ਰੂਰ ਇਸ ਕਥਨ ਦੇ ਵਿੱਚ ਅਸੀਂ ਸਾਰੇ ਬਹੁਤ ਵਾਰ ਪ੍ਰਭੂ ਦੇ ਵਚਨ ਤੋਂ ਦੂਰ ਚਲੇ ਜਾਂਦੇ ਹਾਂ, ਕਿਉਂਕਿ ਸਾਨੂੰ ਪਹਿਲਾਂ ਆਪਣੇ ਕਰਜ਼ਦਾਰਾਂ ਨੂੰ ਮਾਫ ਕਰਨਾ, ਜਿਨ੍ਹਾਂ ਨੇ ਸਾਡੇ ਵਿਰੁੱਧ ਗੁਨਾਹ ਕੀਤਾ, ਸਾਡੇ ਵਿਰੁੱਧ ਕੋਈ ਗਲਤੀ ਕੀਤੀ ਹੈ, ਜਾਂ ਸਾਡੇ ਦਿਲ ਦੁਖਾਇਆ ਹੈ, ਸਾਡਾ ਦਿਲ ਤੋੜਿਆ ਹੈ, ਜਾਂ ਸਾਡੀ ਮਰਜ਼ੀ ਦੇ ਵਿਰੁੱਧ ਕੁਝ ਹੋਇਆ ਹੈ, ਸਾਡੇ ਸਨਮਾਨ ਦੇ ਵਿਰੁੱਧ ਕੁਝ ਹੋਇਆ ਹੈ, ਸਾਡੀ ਇੱਜ਼ਤ ਦੇ ਵਿਰੁੱਧ ਕੁਝ ਹੋਇਆ ਹੈ, ਕਿਸੇ ਵੀ ਰੂਪ ਵਿੱਚ ਸਾਨੂੰ ਠੇਸ ਪਹੁੰਚੀ ਹੈ, ਲੇਕਿਨ ਸਾਡਾ ਫਰਜ਼ ਹੈ ਅਸੀਂ ਮਾਫ ਕਰੀਏ, ਕਿਉਂਕਿ ਮਾਫੀ ਦੇਣਾ ਵੀ ਇੱਕ ਮਸੀਹੀ ਵਿਸ਼ਵਾਸੀ ਦੀ ਬਹੁਤ ਵੱਡੀ ਪਹਿਚਾਣ ਹੈ। ਮਾਫ ਕਰਨਾ। ਪ੍ਰਭੂ ਯਿਸੂ ਨੇ ਉਹਨਾਂ ਸਭ ਨੂੰ ਮਾਫ ਕਰ ਦਿੱਤਾ ਜਿਨ੍ਹਾਂ ਨੇ ਪ੍ਰਭੂ ਯਿਸੂ ਦੇ ਹੱਥਾਂ ਪੈਰਾਂ ਵਿੱਚ ਕੀਲ ਠੋਕੇ, ਪ੍ਰਭੂ ਯਿਸੂ ਨੂੰ ਸਲੀਬ ਤੇ ਚੜਾਇਆ। ਪ੍ਰਭੂ ਯਿਸੂ ਨੇ ਪ੍ਰਾਰਥਨਾ ਕੀਤੀ, ਇਹ ਪਿਤਾ ਇਹਨਾਂ ਨੂੰ ਮਾਫ ਕਰ, ਕਿਉਂਕਿ ਇਹ ਨਹੀਂ ਜਾਣਦੇ ਕਿ ਇਹ ਕੀ ਕਰ ਰਹੇ ਹਨ। ਔਰ ਇਹ ਸਭ ਪੜ੍ਹਨ ਦੇ ਸੁਣਨ ਦੇ ਬਾਵਜੂਦ ਅਸੀਂ ਆਪਣੇ ਵਿਰੁੱਧ ਕੀਤੇ ਸਾਰੇ ਉਹਨਾਂ ਲੋਕਾਂ ਦੇ ਬਦਲੇ ਲੈਂਦੇ ਹਾਂ ਜਿਨ੍ਹਾਂ ਨੇ ਸਾਡੇ ਵਿਰੁੱਧ ਕੁਛ ਕੀਤਾ ਹੈ, ਕੋਈ ਗਲਤੀ ਕੀਤੀ ਹੈ, ਸਾਨੂੰ ਕੋਈ ਮਾੜਾ ਬੋਲਿਆ ਹੈ, ਸਾਨੂੰ ਮੰਦਾ ਬੋਲਿਆ ਹੈ, ਜਾਂ ਸਾਡੇ ਉੱਤੇ ਅਤਿਆਚਾਰ ਕੀਤਾ ਹੈ, ਜਾਂ ਸਾਡੇ ਨਾਲ ਬੇਇਨਸਾਫੀ ਕੀਤੀ ਹੈ, ਜਾਂ ਕਿਸੇ ਵੀ ਰੂਪ ਵਿੱਚ ਸਾਡਾ ਕੁਝ ਨੁਕਸਾਨ ਕੀਤਾ ਹੈ, ਤਾਂ ਅਸੀਂ ਉਹਨਾਂ ਦੇ ਬਦਲੇ ਲੈਂਦੇ ਹਾਂ। ਬਦਲਾ ਲੈਣਾ ਪਰਮੇਸ਼ਰ ਦਾ ਕੰਮ ਹੈ। ਅਸੀਂ ਜਿੱਥੋਂ ਤੱਕ ਵੀ ਹੋ ਸਕੇ ਅਸੀਂ ਮਾਫ ਕਰੀਏ। ਔਰ ਪ੍ਰਭੂ ਯਿਸੂ ਦਾ ਵਚਨ ਹੈ ਇਸ ਪ੍ਰਾਰਥਨਾ ਦੇ ਵਿੱਚ ਕਿ ਜਿਸ ਪ੍ਰਕਾਰ ਅਸੀਂ ਦੂਜਿਆਂ ਨੂੰ ਮਾਫ ਕਰਦੇ ਹਾਂ, ਜੇ ਅਸੀਂ ਦੂਜਿਆਂ ਨੂੰ ਮਾਫ ਕਰਨ ਦੇ ਲਈ ਸਾਡੇ ਵਿੱਚ ਹਿੰਮਤ ਨਹੀਂ ਹੈ, ਤਾਂ ਅਸੀਂ ਸ਼ਾਇਦ ਖੁਦਾ ਦੀ ਮਾਫੀ ਪਾਉਣ ਦੇ ਵੀ ਯੋਗ ਨਹੀਂ ਰਹਿ ਜਾਵਾਂਗੇ। ਇਸ ਕਰਕੇ ਪ੍ਰਭੂ ਸਾਨੂੰ ਅੱਜ ਸਿਖਾਉਂਦੇ ਹਨ, ਇਸ ਪ੍ਰਾਰਥਨਾ ਦੇ ਵਿੱਚ ਬਹੁਤ ਵੱਡੀਆਂ ਸੱਚਾਈਆਂ ਸਿਖਾ ਰਹੇ ਹਨ ਕਿ ਜੇਕਰ ਅਸੀਂ ਪ੍ਰਭੂ ਦੀ ਆਸ਼ੀਸ਼ ਪਾਉਣੀ ਹੈ, ਪ੍ਰਭੂ ਦੀ ਮਾਫੀ ਪਾਉਣੀ ਹੈ, ਤਾਂ ਅਸੀਂ ਵੀ ਦੂਜਿਆਂ ਨੂੰ ਮਾਫ ਕਰਨਾ ਹੈ। ਔਰ ਫਿਰ ਪ੍ਰਭੂ ਲਾਸਟ ਸ਼ਬਦਾਂ ਦੇ ਵਿੱਚ ਕਹਿੰਦੇ, ਸਾਨੂੰ ਪਰਤਾਵੇ ਵਿੱਚ ਨਾ ਪਾਓ। ਆਪਣੇ ਪਿਤਾ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰਨੀ ਕਿ ਪ੍ਰਭੂ ਮੈਂ ਕਮਜ਼ੋਰ ਹਾਂ, ਮੇਰੀ ਪਰਖ ਨਾ ਲੈ, ਮੈਨੂੰ ਪਰਤਾਵੇ ਵਿੱਚ ਨਾ ਪਾ। ਪ੍ਰਭੂ ਦਾ ਵਚਨ ਸੀ ਪੜ੍ਹਦੇ ਹਾਂ ਅਸੀਂ ਪ੍ਰਭੂ ਦੇ ਵਚਨ ਦੇ ਕਿ ਪ੍ਰਭੂ ਆਪਣੇ ਸ਼ਰਧਾਲੂ ਭਗਤਾਂ ਦੀ ਪਰਖ ਕਰਦਾ ਹੈ। ਸੰਤ ਪੌਲਸ ਕਹਿੰਦੇ ਹਨ ਕਿ ਜਦੋਂ ਅਸੀਂ ਆਪਣੇ ਗੁਨਾਹਾਂ ਦੀ ਆਪ ਪਰਖ ਕਰਾਂਗੇ ਤਾਂ ਪਰਮੇਸ਼ਰ ਸਾਡੀ ਪਰਖ ਨਹੀਂ ਕਰੇਗਾ। ਇਸ ਕਰਕੇ ਅਸੀਂ ਹਰ ਵੇਲੇ ਆਪਣੇ ਗੁਨਾਹਾਂ ਦੀ ਆਪ ਪਰਖ ਕਰੀਏ। ਜਦੋਂ ਅਸੀਂ ਖੁਦ ਪਰਖ ਕਰਾਂਗੇ ਔਰ ਖੁਦ ਇਹ ਪਾਵਾਂਗੇ ਕਿ ਅਸੀਂ ਪਾਪੀ, ਅਸੀਂ ਗੁਨਹਗਾਰ ਹਾਂ, ਅਸੀਂ ਮਾਫੀ ਮੰਗ ਲਵਾਂਗੇ ਪ੍ਰਭੂ ਕੋਲੋਂ। ਔਰ ਜਦੋਂ ਅਸੀਂ ਮਾਫੀ ਮੰਗ ਲਵਾਂਗੇ ਤਾਂ ਪਰਮੇਸ਼ਰ ਦੇ ਅੱਗੇ ਅਸੀਂ ਨਿਰਦੋਸ਼ ਪਾਏ ਜਾਵਾਂਗੇ। ਜਦੋਂ ਅਸੀਂ ਆਪਣੇ ਗੁਨਾਹਾਂ ਦੀ ਪਰਖ ਨਹੀਂ ਕਰਾਂਗੇ ਤਾਂ ਜ਼ਰੂਰ ਪ੍ਰਭੂ ਸਾਡੀ ਪਰਖ ਕਰੇਗਾ। ਲੇਕਿਨ ਅਸੀਂ ਜ਼ਰੂਰ ਮੰਗਦੇ ਹਾਂ ਕਿ ਸਾਨੂੰ ਪਰਤਾਵੇ ਵਿੱਚ ਨਾ ਪਾ,
ਪਰਮੇਸ਼ਰ ਇਹ ਖੁਦਾ ਇਹ ਰੱਬਾ ਸਾਨੂੰ ਪਰਤਾਵੇ ਵਿੱਚ ਨਾ ਪਾ, ਲੇਕਿਨ ਇਹਦੇ ਨਾਲ ਨਾਲ ਅਸੀਂ ਆਪਣੇ ਆਪ ਪਰਖ ਕਰੀਏ, ਅਸੀਂ ਆਪਣੀ ਜਾਂਚ ਕਰਦੇ ਰਹੀਏ, ਅਸੀਂ ਆਪਣੇ ਗੁਨਾਹਾਂ ਨੂੰ ਯਾਦ ਕਰਕੇ ਪ੍ਰਭੂ ਦੇ ਕੋਲੋਂ ਮਾਫੀ ਮੰਗਦੇ ਰਹੀਏ। ਔਰ ਪ੍ਰਭੂ ਮਾਫੀ ਦੇਣ ਵਾਲਾ ਪਰਮੇਸ਼ਰ ਹੈ, ਪ੍ਰਭੂ क्षमा ਕਰਨ ਵਾਲਾ ਪਰਮੇਸ਼ਰ ਹੈ। ਉਸਨੇ ਸਾਡੇ ਗੁਨਾਹਾਂ ਨੂੰ ਸਲੀਬ ਉੱਤੇ ਸਾਨੂੰ ਮਾਫ ਕੀਤਾ ਹੈ, ਉਸਨੇ ਸਾਡੀ ਸਜ਼ਾ ਸਲੀਬ ਉੱਤੇ ਚੁੱਕ ਲਈ ਹੈ। ਇਸ ਕਰਕੇ ਅਸੀਂ ਉਹਦੇ ਚਰਨਾਂ ਵਿੱਚ ਹਮੇਸ਼ਾ ਉਹਦੀ ਬਾਣੀ ਵਿੱਚ ਚੱਲੀਏ, ਉਹਦੀਆਂ ਆਗਿਆਵਾਂ ਉੱਤੇ ਚੱਲੀਏ, ਉਹਦੇ ਵਚਨ ਵਿੱਚ ਚੱਲੀਏ, ਤਾਂ ਪਰਮੇਸ਼ਰ ਹਮੇਸ਼ਾ ਸਾਡੀ ਰੱਖਿਆ ਕਰੇਗਾ, ਸਾਨੂੰ ਸੰਭਾਲੇਗਾ। ਆਓ ਅਸੀਂ ਪ੍ਰਾਰਥਨਾ ਕਰੀਏ ਕਿ ਅੱਜ ਦਾ ਵਚਨ ਪ੍ਰਭੂ ਸਾਡੇ ਦਿਲਾਂ ਵਿੱਚ ਪ੍ਰਭੂ ਬਿਠਾਵੇ, ਤਾਂ ਕਿ ਅਸੀਂ ਉਸ ਵਚਨ ਅਨੁਸਾਰ ਚੱਲ ਸਕੀਏ। ਔਰ ਖੁਦਾ ਦੀ ਬਾਣੀ ਹਮੇਸ਼ਾ ਸਾਡੇ ਪੈਰਾਂ ਦੀ ਲੋਹ ਬਣ ਕੇ ਰਹੇ, ਸਾਡੇ ਪੈਰਾਂ ਦੇ ਦੀਪਕ ਦੇ ਵਾਂਗ ਰਹੇ, ਤਾਂ ਕਿ ਅਸੀਂ ਕਦੇ ਵੀ ਡਿੱਗੀਏ ਨਾ, ਅਸੀਂ ਕਦੇ ਵੀ ਪਾਪ ਵਿੱਚ ਨਾ ਡਿੱਗ ਪਈਏ, ਔਰ ਆਖਰ ਨੂੰ ਅਸੀਂ ਇਸ ਜ਼ਿੰਦਗੀ ਦਾ ਸਫ਼ਰ ਪੂਰਾ ਕਰਕੇ ਖੁਦਾ ਦੇ ਰਾਜ ਵਿੱਚ ਦਾਖਲ ਹੋਣ ਦੇ ਯੋਗ ਬਣ ਜਾਈਏ। ਖੁਦਾ ਸਾਨੂੰ ਸਾਰਿਆਂ ਨੂੰ ਬਰਕਤ ਦੇਵੇ। ਬੰਦਾ ਸਾਡੀ ਸੁਣ ਦੁਆ, ਸਾਡਾ ਕਰ ਕਬੂਲ ਚੜਾਵਾ। ਐ ਖੁਦਾ ਬੰਦਾ ਸਾਡੀ ਸੁਣ ਦੁਆ, ਸਾਡਾ ਕਰ ਕਬੂਲ ਚੜਾਵਾ। सच्चा ते जिंदा तू ही खुदा है, खालिक मालिक हर शैदा है। सच्चा ते जिंदा तू ही खुदा है, खालिक मालिक हर शैदा है, हर शैदा है। खुदा बंदा साडी सुन दुआ, साडा कर कबूल चढ़ावा। ऐ खुदा बंदा साडी सुन दुआ, साडा कर कबूल चढ़ावा, साडा कर कबूल चढ़ावा, साडा कर कबूल चढ़ावा। प्यारे भराओ ते भैणों, प्रार्थना करो कि मेरी ਅਤੇ ਤੁਹਾਡੀ ਇਹ ਕੁਰਬਾਨੀ ਪੂਰੀ ਕੁਦਰਤ ਵਾਲੀ ਖੁਦਾ ਬਾਪ ਨੂੰ ਕਬੂਲ ਹੋਵੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਦੀ ਉਸਤਤ ਅਤੇ ਵਡਿਆਈ ਦੇ ਲਈ ਅਤੇ ਸਾਡੇ ਤੇ ਸਾਰੀ ਪਾਕ ਕਲੀਸਿਆ ਦੀ ਭਲੇ ਲਈ ਕਬੂਲ ਕਰੇ। ਐ ਪ੍ਰਭੂ, ਇਸ ਕੁਰਬਾਨੀ ਨੂੰ ਪ੍ਰਵਾਨ ਕਰ ਜਿਸ ਨੂੰ ਚੜਾਉਣ ਲਈ ਤੂੰ ਆਪ ਸਾਨੂੰ ਹੁਕਮ ਦਿੱਤਾ ਹੈ। ਜਿਵੇਂ ਕਿ ਅਸੀਂ ਆਪਣੀ ਪ੍ਰੋਹਿਤਾਈ ਸੇਵਾ ਨੂੰ ਨਿਭਾਉਂਦੇ ਹਾਂ, ਤੂੰ ਸਾਡੇ ਵਿੱਚ ਆਪਣੇ ਮੁਕਤੀਕਾਰੀ ਕੰਮ ਨੂੰ ਮੁਕੰਮਲ ਬਣਾ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਐ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਅਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਤੈਨੂੰ ਸਾਡੀ ਉਸਤਤ ਦੀ ਲੋੜ ਨਹੀਂ ਹੈ, ਫਿਰ ਵੀ ਤੇਰੀ ਸ਼ੁਕਰਗੁਜ਼ਾਰੀ ਕਰਨ ਦੀ ਇੱਛਾ ਸਾਡੇ ਲਈ ਤੇਰਾ ਵਰਦਾਨ ਹੈ। ਸਾਡੀ ਧੰਨਵਾਦ ਦੀ ਪ੍ਰਾਰਥਨਾ ਤੇਰੀ ਸ਼ਾਨ ਵਿੱਚ ਵਾਧਾ ਨਹੀਂ ਕਰਦੀ, ਸਗੋਂ ਇਹ ਸਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ
ਤੇਰੇ ਫਜ਼ਲ ਵਿੱਚ ਵਧਣ ਲਈ ਮਦਦ ਦਿੰਦੀ ਹੈ। ਇਸ ਲਈ ਅਸੀਂ ਆਪਣੀ ਖੁਸ਼ੀ ਵਿੱਚ ਫਰਿਸ਼ਤਿਆਂ ਦੇ ਸੰਗੀਤੀ ਜਥਿਆਂ ਨਾਲ ਮਿਲ ਕੇ ਤੇਰੀ ਮਹਿਮਾ ਦੇ ਗੀਤ ਗਾਉਂਦੇ ਹੋਏ ਇਹ ਐਲਾਨ ਕਰਦੇ ਹਾਂ। ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ। ਉਚਾਈਆਂ ਵਿੱਚ ਹੋਸਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ। ਉਚਾਈਆਂ ਵਿੱਚ ਹੋਸਨਾ। ਐ ਪ੍ਰਭੂ, ਤੂੰ ਸੱਚਮੁੱਚ ਪਵਿੱਤਰ ਹੈ ਅਤੇ ਇਹ ਸਹੀ ਹੈ ਕਿ ਤੇਰੀ ਸਾਰੀ ਸ੍ਰਿਸ਼ਟੀ ਤੇਰੀ ਵਡਿਆਈ ਕਰੇ। ਤੇਰੇ ਬੇਟੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਅਤੇ ਰੂਹ ਪਾਕ ਦੀ ਕੁਦਰਤ ਨਾਲ ਤੂੰ ਸਾਰੇ ਸੰਸਾਰ ਨੂੰ ਜੀਵਨ ਬਖਸ਼ਦਾ ਅਤੇ ਪਾਕ ਕਰਦਾ ਹੈ। ਤੂੰ ਲਗਾਤਾਰ ਆਪਣੇ ਲਈ ਪਰਜਾਈ ਇਕੱਠੀ ਕਰਦਾ ਰਹਿੰਦਾ ਹੈ ਤਾਂ ਜੋ ਚੜ੍ਹਦੇ ਸੂਰਜ ਤੋਂ ਲੈ ਕੇ ਲੈਂਦੇ ਤੱਕ ਇੱਕ ਸ਼ੁੱਧ ਕੁਰਬਾਨੀ ਤੇਰੇ ਪਵਿੱਤਰ ਨਾਮ ਦੇ ਲਈ ਚੜ੍ਹਾਈ ਜਾਵੇ। ਇਸ ਲਈ ਐ ਪ੍ਰਭੂ, ਅਸੀਂ ਹਲੀਮੀ ਨਾਲ ਤੇਰੇ ਅੱਗੇ ਮਿੰਨਤ ਕਰਦੇ ਹਾਂ ਕਿ ਆਪਣੀ ਮਿਹਰ ਨਾਲ ਉਹੀ ਰੂਹ ਪਾਕ ਦੇ ਰਾਹੀਂ ਇਹਨਾਂ ਨਜ਼ਰਾਨਿਆਂ ਨੂੰ ਪਵਿੱਤਰ ਕਰ ਜੋ ਅਸੀਂ ਤੇਰੀ ਪਾਕ ਹਜ਼ੂਰੀ ਵਿੱਚ ਲੈ ਕੇ ਆਏ ਹਾਂ, ਤਾਂ ਜੋ ਇਹ ਤੇਰੇ ਬੇਟੇ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ, ਜਿਸ ਦੇ ਹੁਕਮ ਨਾਲ ਅਸੀਂ ਇਹਨਾਂ ਭੇਦਾਂ ਨੂੰ ਮਨਾਉਂਦੇ ਹਾਂ। ਜਿਸ ਰਾਤ ਉਸ ਦਾ ਵਿਸ਼ਵਾਸਘਾਤ ਕੀਤਾ ਗਿਆ, ਉਸਨੇ ਰੋਟੀ ਲਈ ਅਤੇ ਤੇਰਾ ਧੰਨਵਾਦ ਕਰਦਿਆਂ ਬਰਕਤ ਦਿੱਤੀ, ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਾਓ ਅਤੇ ਇਸ ਵਿੱਚੋਂ ਖਾਓ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਦੇ ਬਾਅਦ ਉਸਨੇ ਪਿਆਲਾ ਲਿਆ, ਤੇਰਾ ਧੰਨਵਾਦ ਕਰਦਿਆਂ ਬਰਕਤ ਦਿੱਤੀ, ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਾਓ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਦੀਵੀ ਨੇਮ ਦਾ ਲਹੂ, ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਈਮਾਨ ਦਾ ਭੇਦ। ਐ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਗਾ। ਇਸ ਲਈ ਐ ਪ੍ਰਭੂ, ਅਸੀਂ ਤੇਰੇ ਬੇਟੇ ਦੇ ਮੁਕਤੀਕਾਰੀ ਦੁੱਖ ਭੋਗ, ਉਸ ਦੇ ਜਲਾਲੀ ਜੀ ਉਠਣ ਅਤੇ ਸਵਰਗ ਵਿੱਚ ਚੜ ਜਾਣ ਦੀ ਯਾਦਗਾਰੀ ਮਨਾਉਂਦੇ ਹਾਂ ਅਤੇ ਉਸ ਦੇ ਦੂਜੀ ਵਾਰੀ ਆਉਣ ਨੂੰ ਉਡੀਕਦੇ ਹੋਏ ਤੇਰਾ ਧੰਨਵਾਦ ਕਰਦਿਆਂ ਇਹ ਜਿਉਂਦੀ ਅਤੇ ਪਵਿੱਤਰ ਕੁਰਬਾਨੀ ਤੈਨੂੰ ਚੜਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ। ਅਸੀਂ ਬੇਨਤੀ ਕਰਦੇ ਹਾਂ ਕਿ ਤੂੰ ਆਪਣੀ ਕਲੀਸਿਆ ਦੇ ਚੜਾਵੇ ਉੱਤੇ ਨਜ਼ਰ ਕਰ ਅਤੇ ਇਸ ਕੁਰਬਾਨ ਹੋਏ ਲੇਲੇ ਨੂੰ ਪਛਾਣ, ਜਿਸ ਦੀ ਕੁਰਬਾਨੀ ਤੋਂ ਰਾਜੀ ਹੋ ਕੇ ਤੂੰ ਸਾਡਾ ਤੇਰੇ ਨਾਲ ਮੇਲ ਕਰਾਇਆ ਹੈ। ਬਖਸ਼ ਦੇ ਕਿ ਅਸੀਂ ਤੇਰੇ ਬੇਟੇ ਦੇ ਬਦਨ ਅਤੇ ਲਹੂ ਨਾਲ ਰਜਾਏ ਹੋਏ ਅਤੇ ਉਸ ਦੇ ਰੂਹ ਪਾਕ ਨਾਲ ਭਰਪੂਰ ਹੋ ਕੇ ਮਸੀਹ ਦੇ ਵਿੱਚ ਇੱਕ ਸਰੀਰ ਅਤੇ ਇੱਕ ਰੂਹ ਬਣ ਜਾਈਏ। ਉਹ ਸਾਨੂੰ ਤੇਰੇ ਲਈ ਸਦੀਵੀ ਨਜ਼ਰਾਨਾ ਬਣਾਵੇ, ਤਾਂ ਜੋ ਅਸੀਂ ਤੇਰੇ ਚੁਣਿਆ ਹੋਇਆਂ ਨਾਲ, ਖਾਸ ਕਰਕੇ ਧੰਨ ਕੁਆਰੀ ਮਰੀਅਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਆਰੀ ਦੇ ਮੁਬਾਰਕ ਵਰਸਨ ਯੂਸਫ ਦੇ ਨਾਲ, ਤੇਰੇ ਧੰਨ ਰਸੂਲਾਂ ਨਾਲ, ਤੇਜਸਵੀ ਸ਼ਹੀਦਾਂ ਨਾਲ ਅਤੇ ਤੇਰੇ ਸਾਰੇ ਸੰਤਾਂ ਨਾਲ ਉਹਨਾਂ ਦੇ ਵਿਰਸੇ ਦੇ ਵਾਰਸ ਬਣ ਜਾਈਏ। ਇਹਨਾਂ ਵੱਲੋਂ ਤੇਰੀ ਹਜ਼ੂਰੀ ਵਿੱਚ ਲਗਾਤਾਰ ਕੀਤੀ ਜਾਣ ਵਾਲੀ ਸਿਫਾਰਿਸ਼ ਦੀ ਯਕੀਨੀ ਮਦਦ ਉੱਤੇ ਅਸੀਂ ਭਰੋਸਾ ਰੱਖਦੇ ਹਾਂ। ਐ ਪ੍ਰਭੂ, ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਸਾਡੇ ਮੁੜ ਮਿਲਾਪ ਦੀ ਇਹ ਕੁਰਬਾਨੀ ਸਭ ਦੁਨੀਆ ਦੀ ਸ਼ਾਂਤੀ ਅਤੇ ਮੁਕਤੀ ਲਈ ਅਸਰਦਾਇਕ ਹੋਵੇ। ਤੂੰ ਕਿਰਪਾ ਕਰਕੇ ਇਸ ਧਰਤੀ ਉੱਤੇ ਫੈਲੀ ਆਪਣੀ ਯਾਤਰੀ ਕਲੀਸਿਆ ਨੂੰ, ਆਪਣੇ ਸੇਵਕ ਸੰਤ ਪਾਪਾ ਫਰਾਂਸਿਸ ਨੂੰ, ਸਾਡੇ ਬਿਸ਼ਪਾਂ ਨੂੰ, ਕੁੱਲ ਦੁਨੀਆ ਦੇ ਬਿਸ਼ਪਾਂ, ਪ੍ਰੋਹਿਤਾਂ ਅਤੇ ਸਭ ਲੋਕਾਂ ਨੂੰ ਜਿਨ੍ਹਾਂ ਨੂੰ ਤੂੰ ਆਪਣਾ ਬਣਾ ਲਿਆ ਹੈ, ਈਮਾਨ ਅਤੇ ਪਿਆਰ ਵਿੱਚ ਮਜ਼ਬੂਤ ਬਣਾਉਣ ਦੀ ਮਿਹਰਬਾਨੀ ਕਰ। ਕਿਰਪਾ ਕਰਕੇ ਇਸ ਪਰਿਵਾਰ ਦੀ ਪ੍ਰਾਰਥਨਾ ਨੂੰ ਕਬੂਲ ਕਰ, ਜਿਸ ਨੂੰ ਤੂੰ ਆਪਣੇ ਸਾਹਮਣੇ ਸੱਦਣ ਦੀ ਮਿਹਰ ਕੀਤੀ ਹੈ। ਐ ਦਿਆਲੂ ਬਾਪ,
ਸੰਸਾਰ ਭਰ ਵਿੱਚ ਖਿਲਰੇ ਹੋਏ ਆਪਣੇ ਸਾਰੇ ਬੱਚਿਆਂ ਨੂੰ ਆਪਣੇ ਕੋਲ ਇਕੱਠੇ ਕਰਨ ਦੀ ਕਿਰਪਾ ਕਰ। ਸਾਡੇ ਮੋਏ ਹੋਏ ਭੈਣ ਭਰਾਵਾਂ ਅਤੇ ਉਹਨਾਂ ਸਾਰਿਆਂ ਨੂੰ ਜਿਹੜੇ ਤੈਨੂੰ ਖੁਸ਼ ਕਰਦੇ ਹਨ, ਸੰਸਾਰ ਵਿੱਚੋਂ ਚਲਾਣਾ ਕਰ ਗਏ ਹਨ, ਮਿਹਰ ਨਾਲ ਆਪਣੇ ਰਾਜ ਵਿੱਚ ਦਾਖਲ ਕਰ। ਉੱਥੇ ਅਸੀਂ ਵੀ ਤੇਰੀ ਵੱਡੀ ਸ਼ਾਨ ਦੀ ਖੁਸ਼ੀ ਵਿੱਚ ਸਦਾ ਨਿਹਾਲ ਰਹਿਣ ਦੀ ਉਮੀਦ ਰੱਖਦੇ ਹਾਂ, ਸਾਡੇ ਪ੍ਰਭੂ ਮਸੀਹ ਦੇ ਰਾਹੀਂ, ਜਿਸ ਦੇ ਰਾਹੀਂ ਤੂੰ ਦੁਨੀਆ ਨੂੰ ਹਰ ਚੰਗੀ ਦਾਤ ਬਖਸ਼ਦਾ ਹੈ। ਉਸ ਦੇ ਰਾਹੀਂ ਅਤੇ ਉਸ ਦੇ ਨਾਲ ਅਤੇ ਉਸ ਦੇ ਵਿੱਚ, ਐ ਖੁਦਾ ਪੂਰੀ ਕੁਦਰਤ ਵਾਲੇ ਬਾਪ, ਰੂਹ ਪਾਕ ਦੀ ਏਕਤਾ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੀ ਹਨ, ਸਦਾ ਤੋਂ ਸਦਾ ਤੀਕਰ। ਆਮੀਨ। ਸਾਡੇ ਮੁਕਤੀਦਾਤੇ ਦੇ ਹੁਕਮ ਦੇ ਮੁਤਾਬਿਕ ਅਤੇ ਉਸ ਦੀ ਖੁਦਾਈ ਸਿੱਖਿਆ ਦੇ ਅਨੁਸਾਰ ਅਸੀਂ ਇਹ ਆਖਣ ਦੀ ਦਲੇਰੀ ਕਰਦੇ ਹਾਂ, ਐ ਸਾਡੇ ਬਾਪ ਜਿਹੜਾ ਅਸਮਾਨ ਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਤੇ ਪੂਰੀ ਹੁੰਦੀ ਹੈ, ਜ਼ਮੀਨ ਤੇ ਵੀ ਹੋਵੇ। ਸਾਡੀ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ, ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ। ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ। ਐ ਪ੍ਰਭੂ, ਅਸੀਂ ਪ੍ਰਾਰਥਨਾ ਕਰਦੇ ਹਾਂ, ਸਭ ਬੁਰਾਈਆਂ ਤੋਂ ਸਾਨੂੰ ਬਚਾ। ਆਪਣੇ ਰਹਿਮ ਨਾਲ ਸਾਡੇ ਸਮੇਂ ਵਿੱਚ ਸ਼ਾਂਤੀ ਦੇ, ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀਦਾਤੇ ਦੇ ਆਉਣ ਦੀ ਉਡੀਕ ਕਰਦੇ ਹਾਂ। ਕਿਉਂ ਜੋ ਰਾਜ, ਕੁਦਰਤ ਅਤੇ ਜਲਾਲ ਯੁਗੋ ਯੁਗ ਤੇਰਾ ਹੀ ਹੈ। ਐ ਪ੍ਰਭੂ ਯਿਸੂ ਮਸੀਹਾ, ਤੂੰ ਆਪਣੇ ਰਸੂਲਾਂ ਨੂੰ ਆਖਿਆ, ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹ ਨੂੰ ਨਹੀਂ, ਸਗੋਂ ਆਪਣੇ ਕਲੀਸਿਆ ਦੇ ਈਮਾਨ ਨੂੰ ਵੇਖ ਅਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੂੰ ਜੋ ਜਿਉਂਦਾ ਤੇ ਰਾਜ ਕਰਦਾ ਹੈ, ਸਦਾ ਤੋਂ ਸਦਾ ਤੀਕਰ। ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਆਓ ਅਸੀਂ ਸਾਰੇ ਆਪਸ ਵਿੱਚ ਸ਼ਾਂਤੀ ਦਾ ਸਨਮ ਐ ਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਨੂੰ ਸ਼ਾਂਤੀ ਦੇ। ਐ ਪ੍ਰਭੂ ਯਿਸੂ ਮਸੀਹ, ਤੇਰੇ ਪਿਆਰ ਤੇ ਦਇਆ ਤੇ ਭਰੋਸਾ ਰੱਖਦੇ ਹੋ ਅਸੀਂ ਤੇਰਾ ਬਦਨ ਖਾਂਦੇ ਅਤੇ ਤੇਰਾ ਲਹੂ ਪੀਂਦੇ ਹਾਂ। ਇਹ ਸਾਡੇ ਲਈ ਇਲਜ਼ਾਮ ਤੇ ਦੰਡ ਦਾ ਫਤਵਾ ਨਾ ਹੋਵੇ, ਸਗੋਂ ਸਾਡੇ ਤਨ ਮਨ ਨੂੰ ਤੰਦਰੁਸਤ ਅਤੇ ਸੁਰੱਖਿਅਤ ਰੱਖੇ। ਦੇਖੋ ਖੁਦਾ ਦਾ ਲੇਲਾ, ਇਹਨੂੰ ਵੇਖੋ ਜਿਹੜਾ ਸੰਸਾਰ ਦੇ ਗੁਨਾਹ ਚੁੱਕ ਲੈਂਦਾ ਹੈ। ਧੰਨ ਹਨ ਉਹ ਜਿਹੜੇ ਲੇਲੇ ਦੇ ਭੋਜ ਲਈ ਸੱਦੇ ਗਏ ਹਨ। ਐ ਪ੍ਰਭੂ, ਮੈਂ ਇਸ ਯੋਗ ਨਹੀਂ ਹਾਂ ਕਿ ਤੂੰ ਮੇਰੀ ਛੱਤ ਥੱਲੇ ਆਵੇਂ, ਪਰ ਇੱਕ ਹੀ ਸ਼ਬਦ ਆ ਅਤੇ ਮੇਰੀ ਰੂਹ ਚੰਗੀ ਹੋ ਜਾਵੇਗੀ। आ जाओ ना
परवाने जागे के पाए सबनों बुलावे पालो रिहाई भक्ति सुनहरी गवो ना गवा प्यारा मसीहा लबेगा उठा आ जाओ ना बोझे उठाओ प्यारा मसीहा लबेगा उठा प्यारा मसीहा लबेगा उठा प्यारा मसीहा लबेगा उठा। ਪ੍ਰਭੂ ਉਸ ਦੇ ਲਈ ਭਲਾ ਹੈ ਜੋ ਉਸ ਉੱਤੇ ਭਰੋਸਾ ਰੱਖਦਾ ਹੈ ਅਤੇ ਜੋ ਆਪਣੀ ਜਾਨ ਨਾਲ ਉਸ ਦੀ ਖੋਜ ਕਰਦਾ ਹੈ। ਅਸੀਂ ਪ੍ਰਾਰਥਨਾ ਕਰੀਏ। ਐ ਖੁਦਾ ਸਾਡੇ ਬਾਪ, ਇਸ ਸਾਕਰਾਮੈਂਟ ਵਿੱਚ ਸ਼ਰੀਕ ਹੋਣ ਨਾਲ ਤੇਰੇ ਲਈ ਸਾਡੀ ਭੁੱਖ ਨੂੰ ਮਿਟਾ ਦੇ ਅਤੇ ਪਿਆਸ ਨੂੰ ਬੁਝਾ ਦੇ। ਬਖਸ਼ ਦੇ ਕਿ ਅਸੀਂ ਤੇਰੇ ਬੇਟੇ ਯਿਸੂ ਮਸੀਹ ਵਿੱਚ ਬਦਲ ਜਾਈਏ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਸਰਵ ਸ਼ਕਤੀਮਾਨ ਖੁਦਾ ਬਾਪ, ਬੇਟਾ ਅਤੇ ਰੂਹ ਪਾਕ ਤੁਹਾਨੂੰ ਆਸ਼ੀਰਵਾਦ ਦੇਵੇ। ਆਮੀਨ। ਕੁਰਬਾਨੀ ਚੜਾਈ ਗਈ ਮਸੀਹ ਦੀ ਸ਼ਾਂਤੀ ਵਿੱਚ ਜਾਓ। ਖੁਦਾ ਦਾ ਸ਼ੁਕਰ ਹੋਵੇ। ਦੁਆ ਯਾਦ ਕਰ। याद कर ऐ निहायत मेहरबान कुआरी मरियम, ते ये कदी नहीं सुनिया गया कि कोई भी तेरी पनाह लभदे आ, तेरी मदद चाहुंदे आ, तेरी सिफारिश मंगदे आ, तैथों खाली गया होवे। ऐ कुआरी कुआरियां दी अते मेरी मां, इस तसल्ली नाल मैं तेरे कोल नसदी आउंदी हां ਅਤੇ ਤੇਰੇ ਅੱਗੇ ਖਲੋ ਕੇ ਮੈਂ ਗੁਨਾਹੀ ਰੋਂਦੀ ਹਾਂ। ਐ ਦੇ ਤਾਰੀ ਹੋਈ ਕਲਾਮ ਦੀ ਮਾਂ, ਤੂੰ ਮੇਰੀਆਂ ਅਰਜ਼ਾਂ ਨੂੰ ਹਕੀਰ ਨਾ ਜਾਣ, ਸਗੋਂ ਮਿਹਰਬਾਨੀ ਨਾਲ ਸੁਣ ਅਤੇ ਕਬੂਲ ਕਰੀ। ਆਮੀਨ। ਮਰੀਮ ਸ਼ਾਂਤੀ ਦੀ ਰਾਣੀ, ਸਾਡੇ ਲਈ ਦੁਆ ਕਰ। कैसा सोना था जिस सांबर नादत बेटी मरियम अर्शादी रानी अर्शादी रानी। गुरदस कैसा सोना था जिस सांबर नादत बेटी मरियम अर्शादी रानी अर्शादी रानी। तुरदी बरनादित खलो गई खलो गई। तुरदी बरनादित खलो गई। दिल विच कहंदी ते की गल हो गई। दिल विच कहंदी ते की गल हो गई। चानण दे वल वेखदियां नज़री मां मरियम आई, चमके पोशाक नूरानी शक्ल निराली। गुरदस कैसा सोना था जिस सांबर नादत बेटी